8 ਅਪ੍ਰੈਲ ਦਾ ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸ਼ਰਨ ਕੌਰ। ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਰੋਨਾ ਦੀਆਂ ਖਬਰਾਂ ਦੀ। ਪੂਰੀ ਦੁਨੀਆ ਦੇ ਵਿੱਚ ਕਰੋਨਾ ਦਾ ਕਾਫੀ ਰੌਲਾ ਪੈ ਗਿਆ ਹੈ। ਕਿਤੇ ਕਰੋਨਾ ਦੀ ਦੂਸਰੀ ਲਹਿਰ, ਕਿਤੇ ਤੀਸਰੀ ਲਹਿਰ, ਕਿਤੇ ਚੌਥੀ ਲਹਿਰ ਵੀ ਸ਼ੁਰੂ ਹੋ ਚੁੱਕੀ ਹੈ। ਕਰੋਨਾ ਦੀਆਂ ਜਿਹੜੀਆਂ ਖਾਸ ਖਬਰਾਂ ਨੇ, ਸਭ ਤੋਂ ਪਹਿਲਾਂ ਪੰਜਾਬ ਦੀ ਗੱਲ ਕਰਾਂਗੇ। ਪੰਜਾਬ ਦੇ ਵਿੱਚ 7 ਅਪ੍ਰੈਲ ਦੀ ਰਾਤ ਤੋਂ ਪੂਰੇ ਪੰਜਾਬ ਦੇ ਵਿੱਚ ਨਾਈਟ ਕਰਫਿਊ ਸ਼ੁਰੂ ਕਰ ਦਿੱਤਾ ਗਿਆ ਤੇ ਜੇ ਪਹਿਲੀ ਰਾਤ ਦੀ ਗੱਲ ਕਰ ਲਈਏ ਤਾਂ ਪਹਿਲੀ ਰਾਤ ਨੂੰ ਪੂਰੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਦਾ ਕੋਈ ਬਹੁਤਾ ਜ਼ਿਆਦਾ ਅਸਰ ਦੇਖਣ ਨੂੰ ਨਹੀਂ ਮਿਲਿਆ। 9 ਵਜੇ ਤੋਂ ਬਾਅਦ ਵੀ ਲੋਕ ਸੜਕਾਂ ਦੇ ਉੱਤੇ ਘੁੰਮਦੇ ਆਮ ਦਿਖਾਈ ਦਿੱਤੇ। ਕਈ ਟੀਵੀ ਚੈਨਲਾਂ ਨੇ ਗਰਾਊਂਡ ਰਿਪੋਰਟ ਕੀਤੀ ਹੈ ਰਾਤ ਨੂੰ ਜਾ ਕੇ ਕਈ ਸ਼ਹਿਰਾਂ ਦੇ ਵਿੱਚ ਤਾਂ ਸ਼ਰੇਆਮ ਦੇਖਿਆ ਗਿਆ ਕਿ 9 ਵਜੇ ਤੋਂ ਬਾਅਦ 10 ਵੀ ਵੱਜ ਗਏ, 11 ਵੀ ਵੱਜ ਗਏ, ਪਰ ਸ਼ਰਾਬ ਦੇ ਠੇਕੇ ਕਈ ਥਾਵਾਂ ਦੇ ਉੱਤੇ ਖੁੱਲੇ ਹੋਏ ਸੀ। ਤੇ ਜਦੋਂ ਪੱਤਰਕਾਰਾਂ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਵੀ ਨਾਈਟ ਕਰਫਿਊ ਲੱਗਿਆ ਹੋਇਆ ਤਾਂ ਉਹ ਕਹਿੰਦੇ ਕਿ ਸਾਡੇ ਵਾਸਤੇ ਕੋਈ ਨਾਈਟ ਕਰਫਿਊ ਨਹੀਂ ਹੈ। ਕਿਸੇ ਨੇ ਜਵਾਬ ਦਿੱਤਾ ਕਿ ਇਸ ਦਾ ਸ਼ਰਾਬ ਦਾ ਠੇਕਾ ਖੋਲ੍ਹਿਆ ਹੀ ਨਹੀਂ ਹੋਇਆ। ਤਾਂ ਫਿਰ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਕਿ ਸ਼ਰਾਬ ਦੇ ਠੇਕੇ ਦਾ ਸ਼ਟਰ ਸੁੱਟਿਆ ਹੁੰਦਾ ਪਰ ਸਾਈਡ ਤੇ ਉਹਨਾਂ ਨੇ ਇੱਕ ਖਿੜਕੀ ਰੱਖੀ ਹੁੰਦੀ ਆ, ਉਹਦੇ ਵਿੱਚ ਦੀ ਉਹ ਸ਼ਰਾਬ ਦੀ ਜਿਹੜੀ ਵਿਕਰੀ ਹੈ ਉਹ ਕਰ ਰਹੇ ਹੁੰਦੇ ਨੇ ਤੇ ਉੱਥੇ ਸ਼ਰਾਬ ਦੇ ਜਿਹੜੇ ਪਿਆਕੜ ਹੁੰਦੇ ਨੇ ਉਹ ਵੀ ਲੈਣ ਦੇ ਲਈ ਪਹੁੰਚਦੇ ਨੇ। ਇਹੋ ਜਿਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਨੇ। ਸੋ ਸ਼ਾਇਦ ਹੁਣ ਕੈਪਟਨ ਸਰਕਾਰ ਨੂੰ ਨਵਾਂ ਹੁਕਮ ਜਾਰੀ ਕਰਨਾ ਪਵੇਗਾ ਕਿ ਸ਼ਰਾਬ ਦੇ ਠੇਕਿਆਂ ਤੇ ਵੀ ਨਾਈਟ ਕਰਫਿਊ ਲਾਗੂ ਹੈ। ਇਹ ਪੰਜਾਬ ਸਰਕਾਰ ਨੂੰ ਸ਼ਾਇਦ ਸਪਸ਼ਟ ਕਰਨਾ ਪਵੇਗਾ ਕਿਉਂਕਿ ਠੇਕਿਆਂ ਵਾਲੇ ਮੰਨ ਨਹੀਂ ਰਹੇ ਕਿ ਸਾਡੇ ਵਾਸਤੇ ਨਾਈਟ ਕਰਫਿਊ ਹੈਗਾ ਆ। ਦੂਸਰੀ ਖਬਰ, ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ, ਪੰਜਾਬ ਦੇ ਸਿਹਤ ਮੰਤਰੀ ਨੇ, ਉਹਨਾਂ ਨੇ ਕਿਹਾ ਕਿ ਅਗਲੇ 7 ਦਿਨਾਂ ਦੇ ਵਿੱਚ 2.5 ਲੱਖ ਪੰਜਾਬੀਆਂ ਨੂੰ ਕਰੋਨਾ ਦੇ ਟੀਕੇ ਲਾ ਦਿੱਤੇ ਜਾਣਗੇ। ਇਸ ਦੇ ਨਾਲ ਹੀ ਕੇਂਦਰ ਸਰਕਾਰ ਤੋਂ ਟੀਕਿਆਂ ਦੀ ਹੋਰ ਮੰਗ ਵੀ ਕੀਤੀ ਜਾਏਗੀ ਪੰਜਾਬ ਦੇ ਲਈ ਤੇ 20 ਸਾਲ ਤੋਂ ਵੱਧ ਉਮਰ ਦੇ ਸਾਰੇ ਨੌਜਵਾਨ ਜਾਂ ਕਹਿ ਲਈਏ ਕਿ 20 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਉਣ ਦੀ ਇਜਾਜ਼ਤ ਦੇਣ ਦੀ ਵੀ ਕਹਿੰਦੇ ਅਸੀਂ ਕੇਂਦਰ ਸਰਕਾਰ ਤੋਂ ਮੰਗ ਕਰ ਰਹੇ ਹਾਂ। ਪੰਜਾਬ ਦੇ ਵਿੱਚ ਇਸ ਵਕਤ ਜਿਹੜੀਆਂ ਸਿਹਤ ਟੀਮਾਂ ਹੈਗੀਆਂ ਨੇ ਉਹ ਪਿੰਡਾਂ ਦੇ ਵਿੱਚ ਪਹੁੰਚ ਰਹੀਆਂ ਨੇ। ਤਕਰੀਬਨ ਜਿਵੇਂ ਇੱਕ ਛੋਟੇ ਪਿੰਡ ਦੀ ਗੱਲ ਕਰ ਲਈਏ ਤਾਂ ਉੱਥੇ 10 ਟੀਕੇ ਜੇ ਕਰੋਨਾ ਦੇ ਪਹੁੰਚ ਰਹੇ ਨੇ ਕਿ 10 ਜਣਿਆਂ ਨੂੰ ਟੀਕਾ ਲਾਇਆ ਜਾਊਗਾ ਤਾਂ ਉਹਦੇ ਵਿੱਚੋਂ ਮਹਿਜ਼ 6 ਜਾਂ 7 ਲੋਕ ਹੀ ਟੀਕੇ ਲਵਾ ਰਹੇ ਨੇ। ਲੋਕ ਜ਼ਿਆਦਾਤਰ ਟੀਕਾ ਲਵਾਉਣ ਤੋਂ ਗੁਰੇਜ਼ ਕਰ ਰਹੇ ਨੇ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਸਾਰੇ ਜਿਹੜੇ ਮਿਨਿਸਟਰ ਹੈਗੇ ਨੇ ਉਹ ਇਹੀ ਅਪੀਲ ਕਰ ਰਹੇ ਨੇ ਕਿ ਕਰੋਨਾ ਦੇ ਟੀਕੇ ਤੋਂ ਡਰਨ ਦੀ ਕੋਈ ਲੋੜ ਨਹੀਂ ਹੈ, ਕਰੋਨਾ ਦਾ ਟੀਕਾ ਲਗਵਾ ਲਿਆ ਜਾਵੇ। ਹਾਲਾਂਕਿ ਪਿੰਡਾਂ ਦੇ ਵਿੱਚ ਇਹ ਵੀ ਚਰਚਾ ਚੱਲ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਤੇ ਲੋਕ ਵਿਸ਼ਵਾਸ ਨਹੀਂ ਕਰ ਰਹੇ, ਕਹਿ ਰਹੇ ਨੇ ਕਿ ਪ੍ਰਧਾਨ ਮੰਤਰੀ ਮੋਦੀ ਸਾਨੂੰ ਕੋਈ ਗਲਤ ਟੀਕਾ ਲਗਵਾ ਰਹੇ ਨੇ। ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕਾਂ ਦੀਆਂ ਚਰਚਾਵਾਂ ਨੇ ਉਹਨਾਂ ਦੀ ਆਪਾਂ ਗੱਲ ਕਰ ਰਹੇ ਹਾਂ ਕਿ ਆਮ ਲੋਕਾਂ ਦੇ ਵਿੱਚ ਕੀ ਚਰਚਾ ਚੱਲ ਰਹੀ ਹੈ, ਕਿਉਂ ਇਸ ਟੀਕੇ ਦਾ ਖੌਫ ਹੈਗਾ ਆ। ਇੱਕ ਪਿੰਡ ਦੇ ਵਿੱਚ ਜੇ 10 ਟੀਕੇ ਆ ਰਹੇ ਨੇ ਤੇ ਉਹਦੇ ਚੋਂ 7 ਲੋਕ ਹੀ ਕਿਉਂ ਲਗਵਾ ਰਹੇ ਨੇ। 10 ਦੀ ਗਿਣਤੀ ਬਹੁਤ ਛੋਟੀ ਹੁੰਦੀ ਹੈ, ਉਹਦੇ ਵਿੱਚੋਂ ਵੀ ਟੀਕੇ ਬਚ ਰਹੇ ਨੇ ਤਾਂ ਕਿਤੇ ਨਾ ਕਿਤੇ ਸਰਕਾਰ ਤੇ ਭਰੋਸਾ ਨਹੀਂ ਹੈ ਲੋਕਾਂ ਨੂੰ, ਇਹ ਦਰਸਾਉਂਦੀ ਹੈ ਇਹ ਗਿਣਤੀ ਹੈ ਜਿਹੜੀ। ਮੱਧ ਪ੍ਰਦੇਸ਼ ਤੋਂ ਖਬਰ ਹੈ ਜਿੱਥੇ ਸੂਬਾ ਸਰਕਾਰ ਨੇ ਸ਼ਹਿਰੀ ਇਲਾਕਿਆਂ ਦੇ ਵਿੱਚ ਜਾਂ ਕਹਿ ਲਈ ਕਿ ਸਾਰੇ ਸ਼ਹਿਰਾਂ ਦੇ ਵਿੱਚ 12 ਘੰਟੇ ਦੇ ਲੋਕਡਾਊਨ ਦਾ ਐਲਾਨ ਕਰ ਦਿੱਤਾ ਹੈ। ਸ਼ਹਿਰੀ ਇਲਾਕਿਆਂ ਦੇ ਵਿੱਚ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਸ਼ਾਮ 6 ਵਜੇ ਤੋਂ ਲੈ ਕੇ ਸਵੇਰੇ 6 ਵਜੇ ਯਾਨੀ ਕਿ ਪੂਰਾ 12 ਘੰਟਿਆਂ ਦਾ ਜਿਹੜਾ ਲੋਕਡਾਊਨ ਲਾਉਣ ਦਾ ਐਲਾਨ ਕੀਤਾ। ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਵੱਡੇ ਸ਼ਹਿਰਾਂ ਦੇ ਵਿੱਚ ਕੰਟੇਨਮੈਂਟ ਜ਼ੋਨ ਵੀ ਬਣਾਏ ਜਾ ਰਹੇ ਨੇ। ਉੱਤਰ ਪ੍ਰਦੇਸ਼ ਦੇ ਵਿੱਚ ਵੀ ਕਰੋਨਾ ਦਾ ਕਾਫੀ ਰੌਲਾ ਪੈ ਗਿਆ ਤੇ ਇੱਥੇ 3 ਜ਼ਿਲ੍ਹਿਆਂ ਦੇ ਵਿੱਚ ਨਾਈਟ ਕਰਫਿਊ ਦਾ ਐਲਾਨ ਕਰ ਦਿੱਤਾ ਗਿਆ ਹੈ। ਲਖਨਊ, ਪ੍ਰਯਾਗਰਾਜ ਅਤੇ ਵਾਰਾਣਸੀ ਦੇ ਵਿੱਚ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਲੋਕਾਂ ਦੇ ਆਉਣ ਜਾਣ ਤੇ ਬਾਹਰ ਨਿਕਲਣ ਤੇ ਪਾਬੰਦੀ ਰਹੇਗੀ। ਹਾਲਾਂਕਿ ਜ਼ਰੂਰੀ ਸੇਵਾਵਾਂ, ਐਮਰਜੈਂਸੀ ਚੀਜ਼ਾਂ ਨੂੰ ਇਸ ਵਿੱਚ ਛੋਟ ਮਿਲੇਗੀ। ਉੱਤਰ ਪ੍ਰਦੇਸ਼ ਵਿੱਚ 500 ਤੋਂ ਵੱਧ ਕੇਸ ਵਾਲੇ ਜਾਂ ਰੋਜ਼ਾਨਾ 100 ਤੋਂ ਵੱਧ ਨਵੇਂ ਕੇਸਾਂ ਵਾਲੇ ਹੋਰ 10 ਜ਼ਿਲ੍ਹਿਆਂ ਦੇ ਵਿੱਚ ਵੀ ਰਾਤ ਦੇ ਕਰਫਿਊ ਦਾ ਐਲਾਨ ਹੋ ਸਕਦਾ ਹੈ। ਯੂਪੀ ਦੇ ਵਿੱਚ ਬੁੱਧਵਾਰ ਨੂੰ ਕਰੋਨਾ ਵਾਇਰਸ ਦੇ 6023 ਨਵੇਂ ਮਾਮਲੇ ਮਿਲੇ ਨੇ ਤੇ 40 ਲੋਕਾਂ ਦੀ ਕੋਵਿਡ-19 ਦੇ ਨਾਲ ਮੌਤ ਹੋ ਗਈ ਹੈ। ਯੂਪੀ ਦੇ ਵਿੱਚ ਇਸ ਵਕਤ ਪੰਚਾਇਤ ਚੋਣਾਂ ਵੀ ਹੋ ਰਹੀਆਂ ਨੇ ਤੇ ਚੋਣ ਪ੍ਰਕਿਰਿਆ 2 ਮਈ ਤੱਕ ਜਾਰੀ ਰਹੇਗੀ। 2 ਮਈ ਨੂੰ ਹੀ ਨਤੀਜੇ ਆਉਣਗੇ। ਇਸ ਤੋਂ ਬਾਅਦ 8 ਮਈ ਤੋਂ ਯੂਪੀ ਬੋਰਡ ਦੇ ਪੇਪਰ ਵੀ ਸ਼ੁਰੂ ਹੋ ਰਹੇ ਨੇ। ਨਿਊਜ਼ੀਲੈਂਡ ਤੋਂ ਵੱਡੀ ਖਬਰ ਹੈ ਜਿੱਥੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਭਾਰਤ ਤੋਂ ਆਉਣ ਵਾਲਿਆਂ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ ਕਿ ਭਾਰਤ ਤੋਂ ਹੁਣ ਨਿਊਜ਼ੀਲੈਂਡ ਵਿੱਚ ਕੋਈ ਵੀ ਨਹੀਂ ਜਾ ਸਕਦਾ। ਕਰੋਨਾ ਦੇ ਕੇਸ ਭਾਰਤ ਵਿੱਚ ਵੱਧ ਗਏ ਨੇ, ਇਸ ਕਰਕੇ
11 ਅਪ੍ਰੈਲ ਤੋਂ ਅਗਲੇ 2 ਹਫ਼ਤਿਆਂ ਦੇ ਲਈ ਭਾਰਤ ਤੋਂ ਆਉਣ ਵਾਲੇ ਸਾਰੇ ਯਾਤਰੀਆਂ ਦੇ ਦਾਖਲੇ ਤੇ ਅਸਥਾਈ ਰੋਕ ਲਾ ਦਿੱਤੀ ਗਈ ਹੈ ਅਤੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਵੀ ਦੇਸ਼ ਵਿੱਚ ਦਾਖਲ ਹੋਣ ਤੇ ਪਾਬੰਦੀ ਹੈ ਜਿਹੜੀ ਉਹ ਲਾਗੂ ਕਰ ਦਿੱਤੀ ਗਈ ਹੈ। ਯਾਨੀ ਕਿ ਨਿਊਜ਼ੀਲੈਂਡ ਦੇ ਜਿਹੜੇ ਨਾਗਰਿਕ ਹੈਗੇ ਨੇ ਬਾਹਰ ਗਏ ਹੋਏ ਨੇ ਕਿਸੇ ਬਾਹਰਲੇ ਮੁਲਕ ਵਿੱਚ, ਉਹ ਵੀ ਹੁਣ ਅਗਲੇ 2 ਹਫ਼ਤਿਆਂ ਤੱਕ ਨਿਊਜ਼ੀਲੈਂਡ ਦੇ ਵਿੱਚ ਨਹੀਂ ਜਾ ਸਕਦੇ। ਇਹ ਪਾਬੰਦੀ ਐਤਵਾਰ ਤੋਂ ਸ਼ੁਰੂ ਹੋ ਕੇ 28 ਅਪ੍ਰੈਲ ਤੱਕ ਜਾਰੀ ਰਹੇਗੀ। ਯਾਨੀ ਕਿ 11 ਅਪ੍ਰੈਲ ਤੋਂ 28 ਅਪ੍ਰੈਲ ਤੱਕ ਇਹ ਪਾਬੰਦੀ ਲਾਈ ਗਈ ਹੈ। ਕੋਰੋਨਾ ਮਹਾਮਾਰੀ ਕਰਕੇ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ ਵੀ ਹਫ਼ਤੇ ਲਈ ਅੱਗੇ ਪਾ ਦਿੱਤਾ ਗਿਆ। ਇਹ ਗ੍ਰੈਂਡ ਸਲੈਮ ਟੂਰਨਾਮੈਂਟ 23 ਮਈ ਨੂੰ ਸ਼ੁਰੂ ਹੋਣਾ ਸੀ ਪਰ ਹੁਣ 30 ਮਈ ਤੋਂ ਸ਼ੁਰੂ ਹੋਵੇਗਾ। ਦੁਨੀਆ ਭਰ ਦੇ ਵਿੱਚ ਕੋਰੋਨਾ ਦੇ ਕਈ ਟੀਕੇ ਬਣ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਹੈ ਐਸਟਰਾਜ਼ੈਨੇਕਾ, ਪਰ ਕਈ ਮੁਲਕਾਂ ਨੇ ਇਸ ਟੀਕੇ ਦੀ ਵਰਤੋਂ ਤੇ ਰੋਕ ਲਾ ਦਿੱਤੀ ਹੈ। ਪਰ ਮੈਕਸੀਕੋ ਤੇ ਬ੍ਰਾਜ਼ੀਲ ਨੇ ਟੀਕੇ ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਹੈ। ਬਰਤਾਨੀਆ ਨੇ ਹੁਣੇ ਜਿਹੀ 30 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਐਸਟਰਾਜ਼ੈਨੇਕਾ ਟੀਕਾ ਨਾ ਲਾਉਣ ਦਾ ਫੈਸਲਾ ਲਿਆ ਗਿਆ, ਪਰ ਮੈਕਸੀਕੋ ਤੇ ਬ੍ਰਾਜ਼ੀਲ ਮੰਨਦੇ ਨੇ ਕਿ ਅਸੀਂ ਬਰਤਾਨੀਆ ਦੀ ਤਰਜ਼ ਤੇ ਅਜਿਹਾ ਕੋਈ ਫੈਸਲਾ ਨਹੀਂ ਲਵਾਂਗੇ। ਬਰਤਾਨੀਆ ਦੀ ਦਵਾਈ ਸੰਸਥਾ ਨੇ ਕਿਹਾ ਸੀ ਕਿ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਐਸਟਰਾਜ਼ੈਨੇਕਾ ਟੀਕਾ ਨਹੀਂ ਲਾਇਆ ਜਾਏਗਾ ਤੇ ਇਸ ਦਾ ਕੋਈ ਦੂਸਰਾ ਬਦਲ ਹੈ ਜਿਹੜਾ ਉਹ ਲੱਭਿਆ ਜਾਏਗਾ। ਸੰਸਥਾ ਦਾ ਕਹਿਣਾ ਹੈ ਕਿ ਐਸਟਰਾਜ਼ੈਨੇਕਾ ਵੈਕਸੀਨ ਲੈਣ ਤੋਂ ਬਾਅਦ ਬਲੱਡ ਕਲੌਟਿੰਗ ਯਾਨੀ ਕਿ ਖੂਨ ਦੇ ਜੰਮਣ ਵਾਲੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਮਿਲ ਰਹੀਆਂ ਨੇ, ਇਸ ਕਰਕੇ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਇਹ ਟੀਕਾ ਨਹੀਂ ਲਾਇਆ ਜਾਏਗਾ। ਪਰ ਮੈਕਸੀਕੋ ਤੇ ਬ੍ਰਾਜ਼ੀਲ ਨੇ ਇਹ ਫੈਸਲਾ ਲੈਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਕਿਹਾ ਕਿ ਅਸੀਂ ਪਹਿਲਾਂ ਇਸ ਦੀ ਡੂੰਘੀ ਜਾਂਚ ਕਰਵਾਵਾਂਗੇ, ਫਿਰ ਹੀ ਅਸੀਂ ਇਹ ਫੈਸਲਾ ਲੈ ਸਕਦੇ ਹਾਂ। ਨਿਆਮਿਕ ਸੰਸਥਾ ਜਿਹੜੀ ਉਸਨੇ ਆਪਣੀ ਜਾਂਚ ਦੇ ਵਿੱਚ ਇਹ ਲੱਭਿਆ ਕਿ ਮਾਰਚ ਦੇ ਅਖੀਰ ਤੱਕ ਯੂਕੇ ਦੇ ਜਿਨ੍ਹਾਂ ਲੋਕਾਂ ਨੂੰ ਐਸਟਰਾਜ਼ੈਨੇਕਾ ਦਾ ਟੀਕਾ ਲਾਇਆ ਗਿਆ ਉਹਨਾਂ ਵਿੱਚੋਂ 79 ਲੋਕ ਬਲੱਡ ਕਲੌਟਿੰਗ ਦੇ ਸ਼ਿਕਾਰ ਹੋਏ ਤੇ ਉਹਨਾਂ ਵਿੱਚੋਂ 19 ਲੋਕਾਂ ਦੀ ਮੌਤ ਵੀ ਹੋ ਗਈ। ਭਾਰਤ ਵਿੱਚ ਵੀ ਕੋਰੋਨਾ ਵਾਇਰਸ ਦਾ ਟੀਕਾ, 2 ਤਰ੍ਹਾਂ ਦੇ ਟੀਕੇ ਭਾਰਤ ਦੇ ਵਿੱਚ ਲੱਗ ਰਹੇ ਨੇ, ਪਰ ਕਈ ਸੂਬਿਆਂ ਨੇ ਕੇਂਦਰ ਤੋਂ ਹੋਰ ਟੀਕੇ ਦੀ ਮੰਗ ਕੀਤੀ ਹੈ। ਕੱਲ ਆਪਾਂ ਮਹਾਰਾਸ਼ਟਰ ਦੀ ਖਬਰ ਪੜ੍ਹੀ ਸੀ ਕਿ ਮਹਾਰਾਸ਼ਟਰ ਦੇ ਵਿੱਚ ਕੋਰੋਨਾ ਦੀ 2-3 ਦਿਨਾਂ ਦੀ ਡੋਜ਼ ਬਚੀ ਹੈ ਤੇ ਉਹਨਾਂ ਨੇ ਕੇਂਦਰ ਤੋਂ ਕੋਰੋਨਾ ਦਾ ਹੋਰ ਟੀਕਾ ਮੰਗਿਆ ਹੈ। ਸੂਬਿਆਂ ਦੇ ਵਿੱਚ ਵੈਕਸੀਨ ਦੀ ਕਮੀ ਆ ਰਹੀ ਹੈ। ਇਹ ਤੇ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਸਵਾਲ ਪੁੱਛਿਆ ਗਿਆ ਤਾਂ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਸੂਬੇ ਜਨਤਕ ਸਿਹਤ ਦੇ ਮੁੱਦੇ ਦਾ ਸਿਆਸੀਕਰਨ ਕਰ ਰਹੇ ਨੇ, ਝੂਠ ਫੈਲਾ ਰਹੇ ਨੇ, ਜਦੋਂ ਕਿ ਟੈਸਟਿੰਗ, ਕੰਟਰੈਕਟ ਟ੍ਰੇਸਿੰਗ ਅਤੇ ਸਿਹਤ ਸੰਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਲਈ ਸੂਬੇ ਕਾਰਗਰ ਕਦਮ ਨਹੀਂ ਚੁੱਕ ਰਹੇ। ਕੇਂਦਰੀ ਸਿਹਤ ਮੰਤਰੀ ਤੋਂ ਕਈ ਸੂਬਿਆਂ ਨੇ ਮੰਗ ਕੀਤੀ ਹੈ ਕਿ ਸਾਨੂੰ ਕੋਰੋਨਾ ਵੈਕਸੀਨ ਦੀ ਸਪਲਾਈ ਵਧਾਈ ਜਾਵੇ ਤੇ ਟੀਕਾਕਰਨ 18 ਸਾਲ ਤੋਂ ਵੱਧ ਉਮਰ ਦੇ ਸਾਰੇ ਲੋਕਾਂ ਲਈ ਖੋਲ੍ਹ ਦਿੱਤਾ ਜਾਵੇ। ਪਰ ਡਾਕਟਰ ਹਰਸ਼ਵਰਧਨ ਨੇ ਜਿਹੜਾ ਇਹ ਬਿਆਨ ਦਿੱਤਾ ਹੈ ਇਹ ਸੱਚਮੁੱਚ ਹੀ ਬਹੁਤ ਹੈਰਾਨੀਜਨਕ ਹੈ। ਉਹ ਕਹਿੰਦੇ ਨੇ ਕਿ ਸੂਬੇ ਜਨਤਕ ਸਿਹਤ ਦੇ ਮੁੱਦੇ ਦਾ ਸਿਆਸੀਕਰਨ ਕਰ ਰਹੇ ਨੇ। ਇਸ ਵਕਤ ਦੀ ਜਾਣਕਾਰੀ ਦੇ ਮੁਤਾਬਿਕ ਘੱਟੋ ਘੱਟ 6 ਸੂਬਿਆਂ ਨੇ ਕੋਰੋਨਾ ਵਾਇਰਸ ਦਾ ਜਿਹੜਾ ਟੀਕਾ ਹੈ ਉਸ ਦੀ ਕਮੀ ਦਾ ਮੁੱਦਾ ਚੁੱਕਿਆ ਹੈ। ਇਹ ਸੂਬੇ ਨੇ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਹਰਿਆਣਾ, ਮਹਾਰਾਸ਼ਟਰ, ਓਡੀਸ਼ਾ ਅਤੇ ਤੇਲੰਗਾਨਾ ਤੇ ਹੁਣ ਪੰਜਾਬ ਨੇ ਵੀ ਕੋਰੋਨਾ ਵੈਕਸੀਨ ਦਾ ਟੀਕਾ ਹੋਰ ਮੰਗਿਆ ਹੈ ਕੇਂਦਰ ਸਰਕਾਰ ਤੋਂ। ਪੰਜਾਬ ਦੀ ਜੇ ਇਕੱਲੇ ਦੀ ਗੱਲ ਕਰ ਲਈਏ ਤਾਂ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ ਜਿਨ੍ਹਾਂ ਮਰੀਜ਼ਾਂ ਨੂੰ ਘਰ ਦੇ ਵਿੱਚ ਇਕਾਂਤਵਾਸ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਆਪਣੀ ਨਿਗਰਾਨੀ ਰੱਖਣ ਦੇ ਲਈ ਸਤੰਬਰ 2020 ਤੋਂ ਫਤਿਹ ਕਿੱਟ ਭੇਜੀ ਜਾ ਰਹੀ ਸੀ ਤੇ ਹੁਣ ਪੰਜਾਬ ਦੇ ਵਿੱਚ ਇਸ ਕਿੱਟ ਦੀ ਕਮੀ ਵੀ ਨਜ਼ਰ ਆਉਣ ਲੱਗੀ ਹੈ। ਸੋ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਦੇ ਵਿਚਾਲੇ ਕੋਰੋਨਾ ਦੇ ਟੀਕੇ ਨੂੰ ਲੈ ਕੇ ਤਾਲਮੇਲ ਕੋਈ ਬਹੁਤਾ ਚੰਗਾ ਨਹੀਂ ਦਿਖਾਈ ਦੇ ਰਿਹਾ। ਡਾਕਟਰ ਹਰਸ਼ਵਰਧਨ ਨੇ ਜਿੱਥੇ ਆਪਣਾ ਬਿਆਨ ਦਿੱਤਾ ਹੈ ਉੱਥੇ ਹੀ ਸਿਹਤ ਮੰਤਰਾਲੇ ਦੇ ਇੱਕ ਸੀਨੀਅਰ ਅਧਿਕਾਰੀ ਮਨੋਹਰ ਅਗਨਾਨੀ ਦੀ ਇੱਕ ਚਿੱਠੀ ਸਾਹਮਣੇ ਆਈ ਹੈ। ਇਸ ਚਿੱਠੀ ਦੇ ਵਿੱਚ ਉਹਨਾਂ ਨੇ ਦਿੱਲੀ, ਪੰਜਾਬ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੂੰ ਲਿਖਿਆ ਹੈ ਕਿ ਉਹ ਟੀਕਾਕਰਨ ਮੁਹਿੰਮ ਨੂੰ ਲੈ ਕੇ ਆਪਣਾ ਪ੍ਰਦਰਸ਼ਨ ਹੈ ਜਿਹੜਾ ਉਹਦੇ ਵਿੱਚ ਸੁਧਾਰ ਕਰਨ। ਲਿਖਿਆ ਕਿ ਇਹਨਾਂ ਸੂਬਿਆਂ ਦਾ ਪ੍ਰਦਰਸ਼ਨ ਕੌਮੀ ਔਸਤ ਨਾਲ ਖਰਾਬ ਹੈ ਤੇ ਇਹਨਾਂ ਨੂੰ ਸੁਧਾਰ ਕਰਨ ਦੀ ਲੋੜ ਹੈ। ਇਹ ਵੀ ਲਿਖਿਆ ਹੈ ਕਿ ਅਸੀਂ ਯਾਨੀ ਕਿ ਕੇਂਦਰ ਸਰਕਾਰ ਦੇਸ਼ ਦੇ ਨਿਰੰਤਰ ਚੱਲ ਰਹੇ ਕੋਵਿਡ-19 ਟੀਕਾਕਰਨ ਮੁਹਿੰਮ ਦੇ ਵਿੱਚ ਆਪਣੇ ਤੁਹਾਡੇ ਸਮਰਥਨ ਦੀ ਉਮੀਦ ਕਰਦੀ ਹੈ ਤੇ ਜੋ ਕੋਰੋਨਾ ਮਹਾਮਾਰੀ ਦੇ ਪ੍ਰਭਾਵ ਨੂੰ ਘੱਟ ਕਰਨ ਦੇ ਲਈ ਮਹੱਤਵਪੂਰਨ ਹੈ। ਯਾਨੀ ਕਿ ਪੰਜਾਬ, ਮਹਾਰਾਸ਼ਟਰ ਤੇ ਦਿੱਲੀ ਦੇ ਵਿੱਚ ਕੋਰੋਨਾ ਦਾ ਟੀਕਾ ਉਸ ਦਰ ਦੇ ਨਾਲ ਨਹੀਂ ਲੱਗ ਰਿਹਾ ਜਿਸ ਦਰ ਨਾਲ ਲੱਗਣਾ ਚਾਹੀਦਾ। ਉਹਨਾਂ ਨੇ ਆਪਣੀ ਚਿੱਠੀ ਵਿੱਚ ਦਿੱਲੀ, ਪੰਜਾਬ ਤੇ ਮਹਾਰਾਸ਼ਟਰ ਨੂੰ ਹੁਣ ਤੱਕ ਦਿੱਤੀ ਗਈ ਕੋਰੋਨਾ ਵੈਕਸੀਨ ਦੀ ਡੋਜ਼ ਦੀ ਮਾਤਰਾ ਦਾ ਵੀ ਜ਼ਿਕਰ ਕੀਤਾ ਹੈ। ਦਿੱਲੀ ਹਾਈ ਕੋਰਟ ਨੇ ਚੋਣ ਪ੍ਰਚਾਰ ਦੌਰਾਨ ਮਾਸਕ ਲਾਜ਼ਮੀ ਕਰਨ ਸੰਬੰਧੀ ਪਟੀਸ਼ਨ ਤੇ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਨੂੰ ਨੋਟਿਸ ਭੇਜਿਆ ਤੇ ਵੀਰਵਾਰ ਤੱਕ ਚੋਣ ਕਮਿਸ਼ਨ ਤੇ ਕੇਂਦਰ ਸਰਕਾਰ ਤੋਂ ਇਸ ਮਸਲੇ ਤੇ ਜਵਾਬ ਮੰਗਿਆ। ਜਸਟਿਸ ਡੀ.ਐਨ. ਪਟੇਲ ਤੇ ਜਸਟਿਸ ਜਸਮੀਤ ਸਿੰਘ ਦੇ ਬੈਂਚ ਨੇ ਯੂਪੀ ਦੇ ਸਾਬਕਾ ਡੀਜੀਪੀ ਵਿਕਰਮ ਸਿੰਘ ਦੀ ਪਟੀਸ਼ਨ ਤੇ ਨੋਟਿਸ ਜਾਰੀ ਕੀਤੇ ਨੇ ਤੇ ਅਗਲੀ ਸੁਣਵਾਈ 30 ਅਪ੍ਰੈਲ ਨੂੰ ਹੋਵੇਗੀ।
ਕੋਵਿਡ ਦੇ ਕਾਰਨ ਜਿੱਥੇ ਕਈ ਸੂਬਿਆਂ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ, ਜਿੱਥੇ ਪੰਜਾਬ ਦੇ ਵਿੱਚ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਵਿਦਿਆਰਥੀਆਂ ਦੇ ਮਾਪੇ, ਅਧਿਆਪਕ ਤੇ ਹੋਰ ਲੋਕ ਕਿ ਸਕੂਲ ਖੋਲੋ, ਉੱਥੇ ਹੀ ਇਹ ਖਬਰ ਵੀ ਮਿਲ ਰਹੀ ਹੈ ਕਿ ਕਰੋਨਾ ਦੇ ਕਰਕੇ ਵਿਦਿਆਰਥੀ ਬੋਰਡ ਦੇ ਪੇਪਰ ਰੱਦ ਕਰਵਾਉਣਾ ਚਾਹੁੰਦੇ ਨੇ। ਇਸ ਜਿਹੜਾ ਕਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਕਰਫਿਊ ਲੱਗ ਰਿਹਾ ਹੈ, ਲੋਕਡਾਊਨ ਲੱਗ ਰਿਹਾ ਹੈ, ਇਸ ਦੇ ਮੱਦੇਨਜ਼ਰ 10ਵੀਂ ਤੇ 12ਵੀਂ ਦੇ 1 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪਟੀਸ਼ਨਾਂ ਤੇ ਦਸਤਖਤ ਕੀਤੇ ਨੇ ਤੇ ਸਰਕਾਰ ਨੂੰ ਮਈ ਦੇ ਵਿੱਚ ਬੋਰਡ ਦੀਆਂ ਪ੍ਰੀਖਿਆਵਾਂ ਰੱਦ ਕਰਨ ਜਾਂ ਪ੍ਰੀਖਿਆਵਾਂ ਨੂੰ ਆਨਲਾਈਨ ਕਰਨ ਦੀ ਬੇਨਤੀ ਕੀਤੀ ਹੈ। ਲਗਭਗ ਪਿਛਲੇ 2 ਦਿਨਾਂ ਤੋਂ ਟਵਿੱਟਰ ਦੇ ਉੱਤੇ ਕੈਂਸਲ ਬੋਰਡ ਐਗਜ਼ਾਮ 2021 ਹੈਸ਼ਟੈਗ ਚੱਲ ਰਿਹਾ ਹੈ। ਹਾਲਾਂਕਿ CBSE ਅਤੇ CISE ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਦੇ ਲਈ ਲੋੜੀਂਦੇ ਪ੍ਰਬੰਧ ਕਰ ਦਿੱਤੇ ਗਏ ਨੇ ਤੇ ਕੋਵਿਡ-19 ਦੇ ਸਾਰੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਪੇਪਰ ਲਏ ਜਾਣਗੇ। ਸੋ ਵਿਦਿਆਰਥੀਆਂ ਦੇ ਪੇਪਰ ਆਨਲਾਈਨ ਲਏ ਜਾਣਗੇ। ਸਰਕਾਰਾਂ ਦੇ ਵੱਲੋਂ ਇਹੋ ਫੈਸਲਾ ਲਿਆ ਜਾ ਸਕਦਾ ਹੈ, ਇਸ ਬਾਰੇ ਕੋਈ ਵੀ ਬਹੁਤੀ ਉਮੀਦ ਨਹੀਂ ਹੈ। ਸੋ ਇਹ ਜਿਹੜਾ ਟਵਿੱਟਰ ਦੇ ਉੱਤੇ ਹੈਸ਼ਟੈਗ ਚੱਲ ਰਿਹਾ ਹੈ, ਇਹ ਹਾਲਾਂਕਿ ਇਸ ਦੀ ਗਿਣਤੀ ਹੈ ਜਿਹੜੀ ਉਹ 1 ਲੱਖ ਤੋਂ ਵੀ ਵੱਧ ਹੋ ਸਕਦੀ ਹੈ। ਵਿਦਿਆਰਥੀਆਂ ਦੇ ਦਸਤਖਤ ਹੋਰ ਵੀ ਵੱਧ ਸਕਦੇ ਨੇ, ਪਰ ਸਰਕਾਰਾਂ ਇਸ ਬਾਰੇ ਕੀ ਫੈਸਲਾ ਲੈਂਦੀਆਂ ਨੇ ਇਹ ਦੇਖਣ ਵਾਲੀ ਗੱਲ ਰਹੇਗੀ। ਤੇ ਜੇ ਪੇਪਰ ਵੀ ਆਨਲਾਈਨ ਲੈਣ ਦਾ ਸਰਕਾਰ ਨੇ ਫੈਸਲਾ ਲੈ ਲਿਆ, ਇਹਨਾਂ ਵਿਦਿਆਰਥੀਆਂ ਦੀ ਮੰਗ ਮੰਨ ਲਈ, ਤਾਂ ਹੋ ਸਕਦਾ ਹੈ ਕਿ ਪੰਜਾਬ ਦੇ ਵਿੱਚ ਇਹ ਵਿਰੋਧ ਹੋਰ ਵੀ ਤਿੱਖਾ ਹੋ ਜਾਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰੋਨਾ ਦਾ ਦੂਸਰਾ ਟੀਕਾ ਲਗਵਾ ਲਿਆ ਤੇ ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ ਨਰਸ ਨਿਸ਼ਾ ਸ਼ਰਮਾ ਨੇ ਏਮਸ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੋਵਿਡ ਦਾ ਦੂਸਰਾ ਟੀਕਾ ਲਾਇਆ। ਹਸਪਤਾਲ ਦੇ ਵਿੱਚ ਟੀਕਾ ਲਾਉਣ ਤੋਂ ਬਾਅਦ ਨਰਸ ਨੇ ਕਿਹਾ ਕਿ ਮੈਨੂੰ ਸਵੇਰੇ ਦੱਸਿਆ ਗਿਆ ਸੀ ਕਿ ਪ੍ਰਧਾਨ ਮੰਤਰੀ ਟੀਕੇ ਦੀ ਦੂਜੀ ਖੁਰਾਕ ਲੈਣ ਦੇ ਲਈ ਹਸਪਤਾਲ ਦਾ ਦੌਰਾ ਕਰ ਰਹੇ ਨੇ ਤੇ ਨਰਸ ਨੇ ਪ੍ਰਧਾਨ ਮੰਤਰੀ ਨੂੰ ਟੀਕਾ ਲਾਉਣਾ ਤੇ ਉਹਨਾਂ ਦੇ ਨਾਲ ਮੁਲਾਕਾਤ ਨੂੰ ਯਾਦਗਾਰੀ ਦੱਸਿਆ ਕਿ ਹੈ ਕਿ ਪ੍ਰਧਾਨ ਮੰਤਰੀ ਨੇ ਮੇਰੇ ਨਾਲ ਗੱਲ ਵੀ ਕੀਤੀ ਤੇ ਤਸਵੀਰਾਂ ਵੀ ਖਿੱਚੀਆਂ। ਪੰਜਾਬ ਯੋਜਨਾ ਬੋਰਡ ਦੀ ਚੇਅਰਪਰਸਨ ਤੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਤੇ ਉਹਨਾਂ ਦੇ OSD ਰਵਿੰਦਰ ਟੁਰਨਾ ਨੂੰ ਕਰੋਨਾ ਹੋ ਗਿਆ ਹੈ ਤੇ ਇਸ ਵਕਤ ਦੋਵਾਂ ਨੂੰ ਇਕਾਂਤਵਾਸ ਦੇ ਵਿੱਚ ਭੇਜ ਦਿੱਤਾ ਗਿਆ ਹੈ। ਆਪੋ ਆਪਣੇ ਘਰਾਂ ਦੇ ਵਿੱਚ ਇਕਾਂਤਵਾਸ ਦੇ ਵਿੱਚ ਨੇ। ਕੋਵਿਡ ਦੇ ਟੀਕੇ ਨੂੰ ਲੈ ਕੇ ਕੇਂਦਰ ਸਰਕਾਰ ਦੇ ਇਲਜ਼ਾਮਾਂ ਦਾ ਕੇਜਰੀਵਾਲ ਸਰਕਾਰ ਨੇ ਜਵਾਬ ਦਿੱਤਾ। ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਕਿਹਾ ਕਿ ਇਲਜ਼ਾਮ ਤਾਂ ਅਸੀਂ ਵੀ ਲਾ ਸਕਦੇ ਹਾਂ। ਕੇਂਦਰ ਸਰਕਾਰ ਵੱਲੋਂ ਜਿਹੜੇ ਹਸਪਤਾਲ ਚਲਾਏ ਜਾ ਰਹੇ ਨੇ ਉਹਨਾਂ ਦੇ ਵਿੱਚ ਕਿੰਨਾ ਘੱਟ ਟੀਕਾਕਰਨ ਹੋਇਆ ਅਸੀਂ ਵੀ ਦੱਸ ਸਕਦੇ ਹਾਂ, ਪਰ ਇਹ ਸਾਡਾ ਮਕਸਦ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਜਲਦ ਤੋਂ ਜਲਦ ਟੀਕਾ ਲਾਇਆ ਜਾਵੇ। ਕੇਂਦਰੀ ਸਿਹਤ ਮੰਤਰੀ ਦੇ ਵੱਲੋਂ ਦਿੱਲੀ ਸਮੇਤ ਪੰਜਾਬ ਤੇ ਮਹਾਰਾਸ਼ਟਰ ਸੂਬਿਆਂ ਦੇ ਉੱਤੇ ਜੋ ਇਲਜ਼ਾਮ ਲਾਏ ਗਏ ਨੇ ਕਿ ਇੱਥੇ ਟੀਕਾਕਰਨ ਘੱਟ ਹੋਇਆ, ਉਹਨਾਂ ਦੇ ਜਵਾਬ ਦੇ ਵਿੱਚ ਦਿੱਲੀ ਸਰਕਾਰ ਨੇ ਜਵਾਬ ਦੇ ਦਿੱਤਾ ਕਿ ਹੈ ਕਿ ਅਸੀਂ ਕੋਵਿਡ ਦੇ ਖਿਲਾਫ ਮਿਲ ਕੇ ਲੜਾਈ ਕਰਨਾ ਚਾਹੁੰਦੇ ਹਾਂ। ਕੇਂਦਰ ਸਰਕਾਰ ਦਾ ਇਸ ਤਰ੍ਹਾਂ ਦਾ ਆਰੋਪ, ਇਸ ਤਰ੍ਹਾਂ ਦੇ ਇਲਜ਼ਾਮ ਲਾਉਣਾ ਬਿਲਕੁਲ ਵੀ ਠੀਕ ਨਹੀਂ ਹੈ। ਕਰੋਨਾ ਦੀ ਮਹਾਮਾਰੀ ਨਾਲ ਸਾਨੂੰ ਰਲ ਕੇ ਹੀ ਲੜਨਾ ਪਵੇਗਾ। ਸਤਿੰਦਰ ਜੈਨ ਨੇ ਕਿਹਾ ਕਿ ਦਿੱਲੀ ਦੇ ਵਿੱਚ ਟੀਕਾਕਰਨ ਮੁਹਿੰਮ ਬਹੁਤ ਚੰਗੇ ਤਰੀਕੇ ਨਾਲ ਚੱਲ ਰਹੀ ਹੈ। ਦਿੱਲੀ ਕੋਲ 4 ਤੋਂ 5 ਦਿਨਾਂ ਦਾ ਟੀਕਾ ਵੀ ਪਿਆ ਹੋਇਆ ਹੈ। ਨਾਲ ਹੀ ਉਹਨਾਂ ਨੇ ਉਮੀਦ ਵੀ ਜਤਾਈ ਕਿ ਸਾਨੂੰ ਕੇਂਦਰ ਤੋਂ ਹੋਰ ਟੀਕਾ ਵੀ ਮਿਲ ਜਾਏਗਾ। ਬੁਲੇਟਿਨ ਦੇ ਵਿੱਚ ਪੰਜਾਬ ਦੀਆਂ ਕੁਝ ਅਹਿਮ ਖਬਰਾਂ ਤੇ ਨਜ਼ਰ ਪਾ ਲੈਂਦੇ ਹਾਂ। ਸਭ ਤੋਂ ਪਹਿਲਾਂ ਦੀਪ ਸਿੱਧੂ ਦੀ ਜ਼ਮਾਨਤ ਅਰਜ਼ੀ ਤੇ ਜਿਹੜੀ ਸੁਣਵਾਈ ਹੋਣੀ ਸੀ ਉਸ ਨਾਲ ਜੁੜੀ ਖਬਰ ਹੈ। ਕੋਈ ਵੀ ਫੈਸਲਾ 8 ਅਪ੍ਰੈਲ ਨੂੰ ਫੇਰ ਨਹੀਂ ਆ ਸਕਿਆ ਦੀਪ ਸਿੱਧੂ ਦੀ ਜ਼ਮਾਨਤ ਤੇ। ਅਗਲੀ ਸੁਣਵਾਈ ਹੈ ਜਿਹੜੀ ਉਹ 12 ਅਪ੍ਰੈਲ ਤੇ ਪਾ ਦਿੱਤੀ ਗਈ ਹੈ। ਬਹਿਸ ਦੌਰਾਨ ਅਦਾਲਤ ਨੇ ਦਿੱਲੀ ਪੁਲਿਸ ਨੂੰ ਹੁਕਮ ਦਿੱਤੇ ਨੇ ਕਿ 26 ਜਨਵਰੀ ਤੋਂ ਪਹਿਲਾਂ 25 ਜਨਵਰੀ ਦੀ ਰਾਤ ਨੂੰ ਦੀਪ ਸਿੱਧੂ ਨੇ ਕਿਸਾਨ ਮੋਰਚੇ ਦੀ ਸਟੇਜ ਤੋਂ ਜਿਹੜੀ ਸਪੀਚ ਦਿੱਤੀ ਸੀ ਉਸ ਨੂੰ ਟਰਾਂਸਲੇਟ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਏ। ਉਸ ਤੋਂ ਬਾਅਦ ਹੀ ਦੀਪ ਸਿੱਧੂ ਦੀ ਜ਼ਮਾਨਤ ਤੇ ਕੋਈ ਫੈਸਲਾ ਲਿਆ ਜਾਏਗਾ। ਦਿੱਲੀ ਦੀ 30 ਹਜ਼ਾਰੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ। ਇਸ ਦੌਰਾਨ ਦੀਪ ਸਿੱਧੂ ਦੇ ਵਕੀਲ ਅਭਿਸ਼ੇਕ ਗੁਪਤਾ ਨੇ ਹਿੰਸਾ ਵਾਲੇ ਦਿਨ ਨੂੰ ਲੈ ਕੇ 10 ਗੱਲਾਂ ਨੇ ਜਿਹੜੀਆਂ ਅਦਾਲਤ ਦੇ ਵਿੱਚ ਕਹੀਆਂ ਨੇ। ਪੁਲਿਸ ਦੀ ਥਿਊਰੀ ਨੂੰ ਲੈ ਕੇ ਵਕੀਲ ਨੇ ਸਵਾਲ ਚੁੱਕੇ ਨੇ, ਜਿਸ ਤੋਂ ਬਾਅਦ ਅਦਾਲਤ ਨੇ ਪੁਲਿਸ ਤੋਂ ਜਵਾਬ ਮੰਗਿਆ ਕਿ 25 ਜਨਵਰੀ ਨੂੰ ਜਿਹੜੀ ਰਾਤ ਨੂੰ ਉੱਥੇ ਸਪੀਚ ਦਿੱਤੀ ਸੀ ਦੀਪ ਸਿੱਧੂ ਨੇ ਸਟੇਜ ਦੇ ਉੱਤੋਂ, ਉਸ ਨੂੰ ਟਰਾਂਸਲੇਟ ਕਰਕੇ ਅਦਾਲਤ ਨੂੰ ਸੌਂਪਿਆ ਜਾਵੇ ਕਿਉਂਕਿ ਸਪੀਚ ਪੰਜਾਬੀ ਦੇ ਵਿੱਚ ਸੀ। ਪੰਜਾਬੀ ਦੀ ਸ਼ਾਇਦ ਜੱਜਾਂ ਨੂੰ ਸਮਝ ਨਹੀਂ ਆਉਂਦੀ ਹੋਣੀ, ਇਸ ਕਰਕੇ ਉਹਦੀ ਟਰਾਂਸਲੇਸ਼ਨ ਮੰਗਾਈ ਗਈ ਹੈ। ਦੀਪ ਸਿੱਧੂ ਦੇ ਵਕੀਲ ਨੇ ਕੀ ਕਿਹਾ ਕਿ ਕਿਸੇ ਵੀ ਕਿਸਾਨ ਜਥੇਬੰਦੀਆਂ ਦੇ ਨਾਲ ਦੀਪ ਸਿੱਧੂ ਨਹੀਂ ਜੁੜਿਆ। ਟਰੈਕਟਰ ਰੈਲੀ ਤੇ ਦੀਪ ਸਿੱਧੂ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਵੱਲੋਂ ਸੱਦਾ ਨਹੀਂ ਦਿੱਤਾ ਗਿਆ ਸੀ, ਯਾਨੀ ਕਿ ਟਰੈਕਟਰ ਰੈਲੀ ਦਾ ਸੱਦਾ ਦੀਪ ਸਿੱਧੂ ਵੱਲੋਂ ਨਹੀਂ ਦਿੱਤਾ ਗਿਆ ਸੀ। ਲਾਲ ਕਿਲੇ ਵਿੱਚ ਜਾਣ ਲਈ ਮੈਂ ਕਿਸੇ ਨੂੰ ਨਹੀਂ ਕਿਹਾ ਸੀ, ਇਹ ਦੀਪ ਸਿੱਧੂ ਨੇ ਵਕੀਲ ਰਾਹੀਂ ਕਿਹਾ। ਇਹ ਵੀ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ ਜਿਸ ਤੋਂ ਸਾਬਤ ਹੋਵੇ ਕਿ ਦੀਪ ਸਿੱਧੂ ਨੇ ਬੈਰੀਗੇਡ ਤੋੜੇ ਤੇ ਲਾਲ ਕਿਲੇ ਦੇ ਵਿੱਚ ਜਿਹੜੀ ਹਿੰਸਾ ਹੋਈ ਉਹਦੇ ਵਿੱਚ ਦੀਪ ਸਿੱਧੂ ਸ਼ਾਮਿਲ ਸੀ।
ਵਕੀਲ ਨੇ ਇਹ ਵੀ ਪੁੱਛਿਆ ਕਿ FIR ਦੇ ਵਿੱਚ ਆਰਮਸ ਐਕਟ ਦੀ ਧਾਰਾ ਕਿਉਂ ਜੋੜੀ ਗਈ ਹੈ ਜਦਕਿ ਹੱਥ ਵਿੱਚ ਕੋਈ ਹਥਿਆਰ ਤਾਂ ਹੈ ਹੀ ਨਹੀਂ ਸੀ। FIR ਦੇ ਵਿੱਚ ਦੱਸਿਆ ਗਿਆ ਕਿ 26 ਜਨਵਰੀ ਦੁਪਹਿਰੇ 12 ਵਜੇ 1000 ਲੋਕ ਲਾਲ ਕਿਲੇ ਪਹੁੰਚੇ ਜਦਕਿ 12:15 ਵਜੇ ਤਾਂ ਲਾਹੌਰੀ ਗੇਟ ਦੇ ਕੋਲ ਬੈਰੀਕੇਡ ਤੋੜੇ ਗਏ ਸੀ। ਫਿਰ 12 ਵਜੇ ਲਾਲ ਕਿਲੇ ਕਿਵੇਂ ਪਹੁੰਚ ਸਕਦੇ ਨੇ। ਵਕੀਲ ਨੇ ਦੱਸਿਆ ਕਿ ਦੀਪ ਸਿੱਧੂ ਲਾਲ ਕਿਲੇ ਬਹੁਤ ਲੇਟ ਪਹੁੰਚਿਆ ਸੀ। ਫੋਨ ਰਿਕਾਰਡ ਅਤੇ ਦੀਪ ਸਿੱਧੂ ਦੇ ਰੂਟ ਦੀ ਜਾਂਚ ਏਜੰਸੀਆਂ ਨੇ ਜਾਂਚ ਕੀਤੀ ਹੈ। ਦੀਪ ਸਿੱਧੂ ਨੇ ਕਿਹਾ ਕਿ ਲਾਲ ਕਿਲੇ ਤੇ ਉਸਨੇ ਕਿਸੇ ਵੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਸੀ। ਵਕੀਲ ਨੇ ਦਾਅਵਾ ਕੀਤਾ ਕਿ ਦੀਪ ਸਿੱਧੂ ਗਲਤ ਵਕਤ ਤੇ ਲਾਲ ਕਿਲੇ ਤੇ ਮੌਜੂਦ ਸੀ, ਸ਼ਾਂਤੀ ਨਾਲ ਪ੍ਰਦਰਸ਼ਨ ਕਰ ਰਿਹਾ ਸੀ ਤੇ ਭੀੜ ਨੂੰ ਸ਼ਾਂਤ ਵੀ ਕਰਵਾ ਰਿਹਾ ਸੀ। ਵਕੀਲ ਨੇ ਵੀ ਕਿਹਾ ਕਿ ਏਜੰਸੀਆਂ ਕੋਲ ਕੋਈ ਵੀ ਅਜਿਹਾ ਸਬੂਤ ਨਹੀਂ ਹੈ ਜਿਹਦੇ ਨਾਲ ਸਾਬਤ ਹੋ ਸਕੇ ਕਿ ਹਿੰਸਾ ਭੜਕਾਉਣ ਦੇ ਵਿੱਚ ਦੀਪ ਸਿੱਧੂ ਦਾ ਹੱਥ ਸੀ। ਸੋ ਇਹ ਸਾਰੇ ਜਿਹੜੇ 10 ਨੁਕਤੇ ਹੈਗੇ ਨੇ ਉਹ ਵਕੀਲ ਨੇ ਅਦਾਲਤ ਦੇ ਵਿੱਚ ਰੱਖੇ ਨੇ। ਹੁਣ 12 ਅਪ੍ਰੈਲ ਨੂੰ ਦੇਖਣਾ ਹੋਏਗਾ ਕਿ ਅਦਾਲਤ ਹੈ ਜਿਹੜੀ ਉਹ ਦੀਪ ਸਿੱਧੂ ਨੂੰ ਜ਼ਮਾਨਤ ਦਿੰਦੀ ਹੈ ਜਾਂ ਨਹੀਂ ਦਿੰਦੀ। ਪੂਰੇ 2 ਮਹੀਨੇ ਹੋਣ ਵਾਲੇ ਨੇ ਦੀਪ ਸਿੱਧੂ ਨੂੰ ਜੇਲ੍ਹ ਦੇ ਵਿੱਚ ਬੈਠਿਆ ਹੋਇਆ। ਲੱਖਾ ਸਿਧਾਣਾ ਵੀ 9 ਅਪ੍ਰੈਲ ਨੂੰ ਮਸਤੂਆਣਾ ਸਾਹਿਬ ਤੋਂ ਗੱਡੀਆਂ ਦੇ ਕਾਫਲੇ ਦੇ ਨਾਲ ਪੰਜਾਬ ਦੇ ਨੌਜਵਾਨਾਂ ਦੇ ਨਾਲ ਹਰਿਆਣੇ ਦੇ ਨੌਜਵਾਨਾਂ ਦੇ ਨਾਲ ਦਿੱਲੀ ਨੂੰ ਰਵਾਨਾ ਹੋਵੇਗਾ ਤੇ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਨੌਜਵਾਨ ਪੰਜਾਬ ਤੇ ਹਰਿਆਣਾ ਦੇ ਲੋਕ ਇਸ ਕਾਫਲੇ ਦੇ ਵਿੱਚ ਜ਼ਰੂਰ ਸ਼ਾਮਿਲ ਹੋਣ ਕਿਉਂਕਿ ਜਨਵਰੀ ਦੇ ਵਿੱਚ 26 ਜਨਵਰੀ ਨੂੰ ਜੋ ਟਰੈਕਟਰ ਪਰੇਡ ਕੱਢੀ ਗਈ ਸੀ ਕਿਸਾਨਾਂ ਦੇ ਵੱਲੋਂ ਉਸ ਤੋਂ ਬਾਅਦ ਲੱਖਾ ਸਿਧਾਣਾ ਮੋਰਚੇ ਦੇ ਵਿੱਚ ਨਹੀਂ ਸ਼ਾਮਿਲ। ਜੋ ਕੁਝ ਵੀ ਘਟਨਾਕ੍ਰਮ ਵਾਪਰਿਆ ਹੋਇਆ ਉਹ ਸਾਰਾ ਕੁਝ ਤੁਹਾਨੂੰ ਪਤਾ ਹੈ ਤੇ ਹੁਣ ਉਸ ਤੋਂ ਬਾਅਦ ਕਰੀਬ 2 ਮਹੀਨਿਆਂ ਦੇ ਸਮੇਂ ਤੋਂ ਬਾਅਦ ਲੱਖਾ ਸਿਧਾਣਾ ਜਿਹੜਾ ਉਹ ਸਿੰਘੂ ਬਾਰਡਰ ਤੇ ਪਹੁੰਚੇਗਾ। ਉਸ ਤੋਂ ਬਾਅਦ 10 ਅਪ੍ਰੈਲ ਨੂੰ KMP ਨੂੰ 24 ਘੰਟਿਆਂ ਦੇ ਲਈ ਜਾਮ ਕੀਤਾ ਜਾਏਗਾ। ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਦੇ ਵਿੱਚ ਕੇਂਦਰੀ ਸਿਹਤ ਮੰਤਰੀ ਦੇ ਖਿਲਾਫ ਰੋਸ ਮੁਜ਼ਾਹਰੇ ਕੀਤੇ ਗਏ ਕਿਉਂਕਿ ਡਾਕਟਰ ਹਰਸ਼ਵਰਧਨ ਨੇ ਜਿਹੜਾ ਬਿਆਨ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਜਿਹੜੇ ਕਰੋਨਾ ਦੇ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ ਹੈ ਉਸ ਦਾ ਕਾਰਨ ਕਿਸਾਨ ਰੈਲੀਆਂ ਵੀ ਹੈਗੀਆਂ ਨੇ। ਕਿਸਾਨ ਰੈਲੀਆਂ ਕਰਕੇ ਵੀ ਇਹ ਜਿਹੜਾ ਕਰੋਨਾ ਦੇ ਕੇਸ ਨੇ ਵੱਧ ਰਹੇ ਨੇ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਨੇ ਡਾਕਟਰ ਹਰਸ਼ਵਰਧਨ ਦੇ ਇਸ ਬਿਆਨ ਦੀ ਨਿਖੇਧੀ ਕੀਤੀ ਹੈ। ਸਰਵਣ ਸਿੰਘ ਪੰਧੇਰ ਨੇ ਕਿਹਾ ਸਿੱਧੀ ਅਦਾਇਗੀ ਦੇ ਮਸਲੇ ਤੇ ਕਿ ਕਿਸਾਨਾਂ ਨੂੰ ਹਾਲੇ ਤੱਕ ਸਿੱਧੀ ਅਦਾਇਗੀ ਕਰਨ ਨੂੰ ਲੈ ਕੇ ਕੋਈ ਫੈਸਲਾ ਨਹੀਂ ਲਿਆ ਗਿਆ ਜਦਕਿ 10 ਅਪ੍ਰੈਲ ਨੂੰ ਪੰਜਾਬ ਦੇ ਵਿੱਚ ਕਣਕ ਦੀ ਖਰੀਦ ਸ਼ੁਰੂ ਹੋ ਜਾਣੀ ਹੈ ਤੇ ਪੰਜਾਬ ਸਰਕਾਰ ਵੀ ਇਹਦੀ ਸਹਿਮਤੀ ਕਿਤੇ ਨਾ ਕਿਤੇ ਦੇ ਰਹੀ ਹੈ ਕਿ ਸਿੱਧੀ ਅਦਾਇਗੀ ਹੀ ਉਹਦੇ ਨਾਲ ਹੀ ਸਹਿਮਤੀ ਦਿੰਦੀ ਦਿਖਾਈ ਦੇ ਰਹੀ ਹੈ। ਇਹ ਇਹਨਾਂ ਨੇ ਇਲਜ਼ਾਮ ਲਾਇਆ। ਪੰਧੇਰ ਨੇ ਕਿਹਾ ਕਿ ਸਰਕਾਰ ਦਾ ਜਿਹੜਾ ਕਹਿਣਾ ਕਿ ਕਿਸਾਨਾਂ ਕਰਕੇ ਕਰੋਨਾ ਫੈਲ ਰਿਹਾ ਹੈ ਬਿਲਕੁਲ ਗਲਤ ਹੈ। ਕਿਸੇ ਦੇ ਕਹਿਣ ਤੇ ਕਰੋਨਾ ਨਹੀਂ ਹੁੰਦਾ। ਕਰੋਨਾ ਦੇ ਨਾਂ ਤੇ ਸਕੂਲਾਂ ਤੇ ਜਿਹੜੀਆਂ ਪਾਬੰਦੀਆਂ ਲਾਈਆਂ ਗਈਆਂ ਨੇ ਉਹਨਾਂ ਦਾ ਵੀ ਅਸੀਂ ਵਿਰੋਧ ਕਰਦੇ ਹਾਂ। ਉਧਰ ਕੇਂਦਰ ਸਰਕਾਰ ਦੇ ਵੱਲੋਂ ਯੂਰੀਆ ਤੇ DAP ਖਾਦ ਦੇ ਭਾਅ ਵਿੱਚ ਕੀਤੇ ਵਾਧੇ ਤੋਂ ਬਾਅਦ ਨਰਮੇ ਦੇ BT ਬੀਜਾਂ ਵਿੱਚ ਵਾਧਾ ਕੀਤਾ ਗਿਆ ਤੇ ਹੁਣ ਕੇਂਦਰ ਸਰਕਾਰ ਦੇ ਅਰਧ ਸਰਕਾਰੀ ਅਦਾਰੇ IFFCO ਨੇ ਵੀ DAP ਖਾਦ ਦੀਆਂ ਕੀਮਤਾਂ ਵਿੱਚ 40% ਦਾ ਵੱਡਾ ਵਾਧਾ ਕਰ ਦਿੱਤਾ ਹੈ। IFFCO ਨੇ DAP ਦੀ ਕੀਮਤ 1200 ਤੋਂ ਵਧਾ ਕੇ 1900 ਰੁਪਏ ਕਰ ਦਿੱਤੀ ਹੈ। ਨਵੇਂ ਰੇਟ ਲਾਗੂ ਹੋਣ ਦੇ ਨਾਲ IFFCO ਦਾ DAP ਖਾਦ ਦਾ 50 ਕਿਲੋ ਦਾ ਬੈਗ ਹੈ ਜਿਹੜਾ 1900 ਰੁਪਏ ਦੇ ਵਿੱਚ ਮਿਲੇਗਾ ਜਿਹੜਾ ਪਹਿਲਾਂ 1200 ਰੁਪਏ 'ਚ ਮਿਲਦਾ ਸੀ। ਤੁਸੀਂ ਸੋਚ ਸਕਦੇ ਹੋ ਕਿ ਕਿੰਨੀ ਕੀਮਤ ਵਧਾ ਦਿੱਤੀ ਗਈ ਹੈ। 1200 ਤੋਂ ਸਿੱਧਾ ਹੀ 1900 ਰੁਪਏ ਕਰ ਦੇਣਾ ਕੋਈ ਛੋਟਾ ਵਾਧਾ ਨਹੀਂ ਹੁੰਦਾ। IFFCO ਦੇ ਮਾਰਕੀਟਿੰਗ ਡਾਇਰੈਕਟਰ ਯੋਗੇਂਦਰ ਕੁਮਾਰ ਨੇ ਚਿੱਠੀ ਜਾਰੀ ਕਰਕੇ ਵਧੀਆਂ ਦਰਾਂ 1 ਅਪ੍ਰੈਲ 2021 ਤੋਂ ਲਾਗੂ ਕਰਨ ਦਾ ਹੁਕਮ ਦੇ ਦਿੱਤਾ ਹੈ। ਪੰਜਾਬ ਦੀਆਂ ਸਹਿਕਾਰੀ ਸਭਾਵਾਂ ਦੇ ਵਿੱਚ IFFCO ਦੀ DAP 25% ਦੀ ਸਪਲਾਈ ਹੁੰਦੀ ਹੈ। ਸੂਤਰ ਦੱਸਦੇ ਨੇ ਕਿ ਕੁਝ ਫਰਟੀਲਾਈਜ਼ਰ ਕੰਪਨੀਆਂ ਨੇ ਫਰਵਰੀ ਮਹੀਨੇ ਵਿੱਚ DAP ਦੀਆਂ ਨਵੀਆਂ ਦਰਾਂ 13 ਤੋਂ 1400 ਰੁਪਏ MRP ਤੇ ਮਾਲ ਹੈ ਜਿਹੜਾ ਉਹ ਬਾਜ਼ਾਰਾਂ ਦੇ ਵਿੱਚ ਭੇਜ ਦਿੱਤਾ ਸੀ ਪਰ ਹੁਣ IFFCO ਨੇ ਕੀਮਤਾਂ ਹੋਰ ਵਧਾ ਦਿੱਤੀਆਂ ਨੇ। ਸੋਸ਼ਲ ਮੀਡੀਆ ਖਾਸ ਕਰਕੇ ਟਵਿੱਟਰ ਦੇ ਉੱਤੇ 1984 ਦੀ ਨਸਲਕੁਸ਼ੀ ਦੁਹਰਾਉਣ ਦੀ ਧਮਕੀ ਦਿੱਤੀ ਜਾ ਰਹੀ ਹੈ ਕੁਝ ਲੋਕਾਂ ਦੇ ਵੱਲੋਂ ਜਿਸ ਤੋਂ ਬਾਅਦ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਟਵਿੱਟਰ ਨੂੰ ਚਿੱਠੀ ਲਿਖੀ ਹੈ। ਮਾਈਕਰੋ ਬਲੌਗਿੰਗ ਅਤੇ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ਨੂੰ ਲਿਖੀ ਚਿੱਠੀ ਦੇ ਵਿੱਚ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਟਵਿੱਟਰ ਦੇ ਭਾਰਤ ਆਧਾਰਿਤ ਸਟਾਫ ਨੂੰ ਸਿੱਖਾਂ ਖਿਲਾਫ ਨਫ਼ਰਤ ਭਰੇ ਟਵੀਟਸ ਦੀ ਨਿਗਰਾਨੀ ਕਰਕੇ ਉਹਨਾਂ ਦੀ ਛਾਂਟੀ ਕਰਕੇ ਉਹਨਾਂ ਨੂੰ ਹਟਵਾਉਣ ਦੀ ਮੰਗ ਕੀਤੀ ਹੈ ਤੇ ਸਿੱਖ ਭਾਈਚਾਰੇ ਦੇ ਖਿਲਾਫ ਜਿਹੜੀ ਨਫ਼ਰਤ ਫੈਲਾਈ ਜਾ ਰਹੀ ਹੈ ਉਸ ਦੇ ਕਾਰਨ ਵੀ ਬੀਬੀ ਜਗੀਰ ਕੌਰ ਨੇ ਦੱਸੇ ਨੇ। ਜਗੀਰ ਕੌਰ ਨੇ ਟਵਿੱਟਰ ਨੂੰ ਲਿਖੀ ਚਿੱਠੀ ਵਿੱਚ ਕਿਹਾ ਹੈ ਕਿ ਕਿਉਂਕਿ SGPC ਨੇ ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ ਇਸ ਲਈ ਸਾਡੇ ਖਿਲਾਫ ਕੁਝ ਲੋਕ ਟਵਿੱਟਰ ਤੇ ਗਲਤ ਭਾਸ਼ਾ ਦੀ ਵਰਤੋਂ ਕਰ ਰਹੇ ਨੇ
ਤੇ ਤੁਲਨਾ ਜਿਹੜੀ ਹੈ ਜਰਮਨੀ ਵਿੱਚ ਨਾਜ਼ੀਆਂ ਦੇ ਯਹੂਦੀ ਵਿਰੋਧੀ ਪ੍ਰਚਾਰ ਦੇ ਨਾਲ ਕੀਤੀ ਗਈ ਹੈ। ਜਗੀਰ ਕੌਰ ਨੇ ਕਿਹਾ ਕਿ ਜਦੋਂ ਐਸਜੀਪੀਸੀ ਨੇ ਆਪਣੇ ਬਜਟ ਇਜਲਾਸ ਦੇ ਵਿੱਚ ਆਰਐਸਐਸ ਦੇ ਖਿਲਾਫ ਮਤਾ ਪਾਸ ਕੀਤਾ, ਜਿਹਦੇ ਵਿੱਚ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣ ਦੀਆਂ ਕੋਸ਼ਿਸ਼ਾਂ ਦਾ ਜ਼ਿਕਰ ਕੀਤਾ ਗਿਆ, ਉਸ ਤੋਂ ਬਾਅਦ ਨਫ਼ਰਤ ਭਰੇ ਟਵੀਟ ਨੇ ਜਿਹੜੇ ਉਹ ਲਗਾਤਾਰ ਕੀਤੇ ਜਾ ਰਹੇ ਨੇ ਸਿੱਖਾਂ ਦੇ ਵਿਰੁੱਧ, ਐਸਜੀਪੀਸੀ ਦੇ ਵਿਰੁੱਧ। ਚਿੱਠੀ ਵਿੱਚ ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਮਲੋਟ ਦੇ ਵਿੱਚ ਬੀਜੇਪੀ ਦੇ ਵਿਧਾਇਕ ਦੇ ਉੱਤੇ ਹੋਏ ਹਮਲੇ ਦਾ ਵੀ ਜ਼ਿਕਰ ਕੀਤਾ ਹੈ। ਕਿਹਾ ਕਿ ਇਸ ਹਮਲੇ ਤੋਂ ਬਾਅਦ ਐਸਜੀਪੀਸੀ ਅਤੇ ਸਿੱਖਾਂ ਨੂੰ ਟਾਰਗੇਟ ਕਰਕੇ ਹਿੰਦੂ ਤੇ ਸਿੱਖਾਂ ਦੇ ਰਿਸ਼ਤਿਆਂ ਦੇ ਵਿੱਚ ਨਫ਼ਰਤ ਫੈਲਾਉਣ ਦਾ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ऐना ही नहीं, बीबी जगीर कौर ने एक सोशल मीडिया पोस्ट का भी जिक्र किया है, कहा कि हद इत्थों तक हो गई है कि कुछ लोग 1984 नस्लकुशी दोहराउण की धमकी तक दे रहे हैं। तो 1984 दे विच नस्लकुशी किस हद तक की गई सी वो तुसीं सारे जानते हो। एसजीपीसी प्रधान बीबी जगीर कौर ने ट्विटर नूं लिखी चिट्ठी विच ना सिर्फ सिखां के खिलाफ विवादित ट्वीट्स नूं हटाउण ते निगरानी करन दी मंग कीती है, बल्कि नफरत फैलाउण वाले हैंडलर्स नूं ब्लॉक करन दी भी मंग कीती है। एसजीपीसी प्रधान ने यह चिट्ठी मुख मंत्री कैप्टन अमरिंदर सिंह, देश के गृह विभाग अते प्रधानमंत्री दफ्तर नूं भी टैग कीती है। पंजाब दे विच आउंदे साल 2022 दे विच विधान सभा चोणां होण जा रहीआं ने। पंजाब दीआं जिहड़ियां मुख पार्टियां ने, श्रोमणी अकाली दल, कांग्रेस जां फिर आम आदमी पार्टी, ये तां आपो अपने पੱਧਰ ते ਲੱਗੀਆਂ ਹੋਈਆਂ ਨੇ, पर इन्हां पार्टियां दे विचों खास करके आम आदमी पार्टी ते अकाली दल दे विचों रुस्से होए जिहड़े लीडर ने, वख होए लीडर ने, ਉਹ ਹੁਣ ਚੌਥਾ ਫਰੰਟ ਬਣਾਉਣ ਦੀ ਗੱਲ ਕਰ ਰਹੇ ਸੀ, ਪਰ ਚੌਥਾ ਫਰੰਟ ਬਣਨ ਤੋਂ ਪਹਿਲਾਂ ਹੀ ਤਿੜਕਣਾ ਸ਼ੁਰੂ ਹੋ ਗਿਆ, ਕਿਉਂਕਿ ਦੋ ਪਾਰਟੀਆਂ ਦੇ ਲੀਡਰਾਂ ਦੀ ਮੀਟਿੰਗ ਤੋਂ ਬਾਅਦ ਹੁਣ ਉਹਨਾਂ ਦੇ ਵੱਖੋ ਵੱਖਰੇ ਬਿਆਨ ਵੀ ਸਾਹਮਣੇ ਆ ਰਹੇ ਨੇ। ਇੱਕ ਤਜਵੀਜ਼ ਹੈ ਜਿਹੜੀ ਉਹ ਸਾਹਮਣੇ ਆਈ ਸੀ, ਦੋ ਪਾਰਟੀਆਂ ਆਮ ਆਦਮੀ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰਾਂ ਦੇ ਵਿਚਾਲੇ ਜਿਹੜੀ ਬੈਠਕ ਹੋਈ ਸੀ, ਉਸ ਤੋਂ ਬਾਅਦ ਇਸ ਮੀਟਿੰਗ ਦੇ ਬਾਰੇ ਇਹਨਾਂ ਦੋਹਾਂ ਦੇ ਹੁਣ ਜਿਹੜੇ ਆਪਾ ਵਿਰੋਧੀ ਸਟੈਂਡ ਸਾਹਮਣੇ ਆਏ ਨੇ। ਮੀਟਿੰਗ ਦੇ ਅੰਦਰ पता नहीं की होया, पर बाहर आके वक्खो वक्खरियां सुरां सुनन नूं मिल रहीआं ने। दरअसल एक दिन पहला चंडीगढ़ दे विच आप लीडरां जरनैल सिंह, राघव चड्ढा अते परमिंदर सिंह ढींडसा दे विचकार हुई मीटिंग तो बाद परमिंदर सिंह ढींडसा जिहड़े श्रोमणी अकाली दल डैमोक्रेटिक दे मैंबर हैगे ने, उन्हां ने कहा कि आम आदमी पार्टी अते हमख्याली पार्टियां नाल सांझे फ्रंट दे लई गलबात होई है। ਇਹ ਵੀ ਸੰਭਾਵਨਾ ਜ਼ਾਹਿਰ ਕੀਤੀ ਉਹਨਾਂ ਨੇ ਕਿ ਸੁਖਪਾਲ ਖਹਿਰਾ ਤੇ ਬਸਪਾ ਦੀ ਪਾਰਟੀ ਵੀ ਇਸ ਫਰੰਟ ਦੇ ਵਿੱਚ ਸ਼ਾਮਿਲ ਹੋ ਸਕਦੀ ਹੈ, ਤੇ ਉਹਨਾਂ ਨਵਜੋਤ ਸਿੰਘ ਸਿੱਧੂ ਦਾ ਵੀ ਜ਼ਿਕਰ ਕੀਤਾ। ਇਸ ਮੀਟਿੰਗ ਤੋਂ ਬਾਅਦ ਢੀਂਡਸਾ ਵੀ ਚਾਹ ਦੇ ਕੱਪ ਤੇ ਦੋਵਾਂ ਲੀਡਰਾਂ ਨੂੰ ਮਿਲੇ ਸੀ, ਤੇ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਿਰੋਧੀ ਧਿਰ ਦੇ ਲੀਡਰ ਅਤੇ ਵਿਧਾਇਕ ਹਰਪਾਲ ਸਿੰਘ ਚੀਮਾ ਹੈਗੇ ਨੇ, ਉਹਨਾਂ ਨੇ ਸਾਰੀਆਂ ਸੰਭਾਵਨਾਵਾਂ ਤੋਂ ਇਨਕਾਰ ਕਰ ਦਿੱਤਾ ਹੈ। ਚੀਮਾ ਨੇ ਦਾਅਵਾ ਕੀਤਾ ਹੈ ਕਿ ਹੋ ਹੀ ਨਹੀਂ ਸਕਦਾ ਕਿ ਅਕਾਲੀ ਦਲ ਡੈਮੋਕ੍ਰੈਟਿਕ ਅਤੇ ਆਮ ਆਦਮੀ ਪਾਰਟੀ ਦੇ ਵਿਚਾਲੇ ਗੱਠਜੋੜ ਹੋਵੇ। ਹਾਲਾਂਕਿ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਸ਼ਾਮਿਲ ਜ਼ਰੂਰ ਹੋ ਸਕਦਾ ਹੈ, ਪਰ ਆਮ ਆਦਮੀ ਪਾਰਟੀ ਦਾ ਕਿਸੇ ਪਾਰਟੀ ਨਾਲ, ਖਾਸ ਕਰਕੇ ਅਕਾਲੀ ਦਲ ਡੈਮੋਕ੍ਰੈਟਿਕ ਦੇ ਨਾਲ ਰਲੇਵਾਂ ਨਹੀਂ ਹੋ ਸਕਦਾ। ਉਹਨਾਂ ਨੇ ਕਿਹਾ ਕਿ ਗੱਠਜੋੜ ਸੰਭਵ ਨਹੀਂ ਹੈ। ਹਾਲਾਂਕਿ ਜੇ ਅਕਾਲੀ ਦਲ ਡੈਮੋਕ੍ਰੈਟਿਕ ਦੇ ਲੀਡਰ ਨੇ ਜਿਹੜੇ ਆਮ ਆਦਮੀ ਪਾਰਟੀ 'ਚ ਰਲੇਵਾਂ ਕਰਨਾ ਚਾਹੁੰਦੇ ਨੇ ਤਾਂ ਕਰ ਸਕਦੇ ਨੇ। ਸੋ ਦੋਵਾਂ ਦੇ ਵੱਖੋ ਵੱਖਰੇ ਬਿਆਨ ਜਿਹੜੇ ਸਾਹਮਣੇ ਆਏ ਨੇ। ਇੱਕ ਪਾਰਟੀ ਦਾ ਲੀਡਰ ਕਹਿ ਰਿਹਾ ਹੈ ਕਿ ਚੌਥਾ ਫਰੰਟ ਬਣਨ ਦੀਆਂ ਸੰਭਾਵਨਾਵਾਂ ਨੇ, ਤੇ ਦੂਸਰੀ ਪਾਰਟੀ ਦੇ ਲੀਡਰ ਦੂਸਰੇ ਦਿਨ ਇਹ ਬਿਆਨ ਦਿੰਦੇ ਨੇ ਕਿ ਗੱਠਜੋੜ ਦਾ ਤਾਂ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ, ਰਲੇਵਾਂ ਸਾਡੇ ਨਾਲ ਜੋ ਵੀ ਕਰਨਾ ਚਾਹਣ ਉਹ ਕਰ ਸਕਦੇ ਨੇ। ਇੱਥੋਂ ਤੱਕ ਕਿ ਹਰਪਾਲ ਚੀਮਾ ਨੇ ਦਾਅਵਾ ਹੀ ਕਰ ਦਿੱਤਾ ਕਿ ਸੁਖਦੇਵ ਸਿੰਘ ਢੀਂਡਸਾ ਸਮੇਤ ਸਾਰੇ ਲੀਡਰ ਜਲਦੀ ਹੀ ਆਮ ਆਦਮੀ ਪਾਰਟੀ ਜੁਆਇਨ ਕਰ ਸਕਦੇ ਨੇ। ਉਹਨਾਂ ਕਿਹਾ ਕਿ ਦੋਵੇਂ ਪਾਰਟੀਆਂ ਪੰਜਾਬ ਨੂੰ ਬਚਾਉਣ ਦਾ ਕੰਮ ਕਰ ਰਹੀਆਂ ਨੇ, ਸੋ ਜੇ ਇੱਕ ਪਲੇਟਫਾਰਮ ਤੇ ਦੋਵੇਂ ਪਾਰਟੀਆਂ ਆ ਜਾਂਦੀਆਂ ਨੇ, ਲੀਡਰ ਇਕੱਠੇ ਹੋ ਜਾਂਦੇ ਨੇ, ਤਾਂ ਪੰਜਾਬ ਦੇ ਨਾਲ ਜਿਹੜਾ ਸਾਲਾਂ ਤੋਂ ਧੱਕਾ ਹੁੰਦਾ ਆ ਰਿਹਾ ਉਸ ਦਾ ਹਿਸਾਬ ਅਸੀਂ ਲੈ ਸਕਦੇ ਹਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਮਨਾਉਣਾ ਕੌਮੀ ਫਰਜ਼ ਹੈ, ਤੇ ਭਾਰਤ ਇਸ ਮੌਕੇ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ ਕਰੇਗਾ। ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਜਿਹੜੀ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ, ਉਸ ਦੇ ਨਾਲ ਪ੍ਰਧਾਨ ਮੰਤਰੀ ਨੇ ਬੈਠਕ ਕੀਤੀ ਤੇ ਕਿਹਾ ਕਿ 9ਵੇਂ ਗੁਰੂ ਸਾਹਿਬ ਨੇ ਦੇਸ਼ ਦੀ ਸੇਵਾ ਦੇ ਨਾਲ ਜੀਵ ਸੇਵਾ ਦਾ ਰਾਹ ਦਿਖਾਇਆ, ਬਰਾਬਰੀ, ਸਦਭਾਵਨਾ ਤੇ ਤਿਆਗ ਦਾ ਮੰਤਰ ਦਿੱਤਾ, ਜਿਸ ਨੂੰ ਦੇਸ਼ ਦੇ ਹਰ ਨਾਗਰਿਕ ਕੋਲ ਪਹੁੰਚਾਉਣਾ ਕੌਮੀ ਫਰਜ਼ ਹੈ। ਗੁਰੂ ਸਾਹਿਬ ਦੇ 400ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੇ ਲਈ ਜਿਹੜੀ ਬੈਠਕ ਹੋਈ ਆ, ਉਸ ਦੇ ਵਿੱਚ ਮੋਦੀ ਨੇ ਕਿਹਾ ਕਿ ਇਹ ਮੌਕਾ ਅਧਿਆਤਮਿਕ ਖੁਸ਼ਕਿਸਮਤੀ ਦਾ ਵੀ ਹੈ ਤੇ ਕੌਮੀ ਜ਼ਿੰਮੇਵਾਰੀ ਦਾ ਵੀ ਹੈ। ਇਸ ਵਿੱਚ ਅਸੀਂ ਯੋਗਦਾਨ ਪਾ ਸਕੀਏ, ਇਸ ਕਰਕੇ ਸਾਡੇ ਸਭ ਤੇ ਕਿਰਪਾ ਹੋਈ ਹੈ। ਮੈਨੂੰ ਖੁਸ਼ੀ ਹੈ ਕਿ ਅਸੀਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਨਾਲ ਲੈ ਕੇ ਆਪਣੀਆਂ ਕੋਸ਼ਿਸ਼ਾਂ ਨੂੰ ਅੱਗੇ ਵਧਾ ਰਹੇ ਹਾਂ।
ਪਿਛਲੇ 4 ਦਹਾਕਿਆਂ ਦੇ ਵਿੱਚ ਭਾਰਤ ਵਿੱਚ ਕੋਈ ਵੀ ਕਾਲਖੰਡ ਕੋਈ ਵੀ ਦੌਰ ਅਜਿਹਾ ਨਹੀਂ ਰਿਹਾ ਜਿਸ ਦੀ ਕਲਪਨਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪ੍ਰਭਾਵ ਬਿਨਾਂ ਕਰ ਸਕੀਏ। ਨੌਵੇਂ ਗੁਰੂ ਸਾਹਿਬ ਤੋਂ ਅਸੀਂ ਪ੍ਰੇਰਣਾ ਲੈਂਦੇ ਹੋ, ਤੁਸੀਂ ਇਸ ਬਾਰੇ ਜਾਣਦੇ ਹੋ ਤੇ ਨਵੀਂ ਜਿਹੜੀ ਪੀੜ੍ਹੀ ਹੈ ਦੇਸ਼ ਦੀ ਉਸ ਨੂੰ ਵੀ ਗੁਰੂ ਸਾਹਿਬ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਸਮਝਣਾ ਜ਼ਰੂਰੀ ਹੈ। ਮੋਦੀ ਨੇ ਕਿਹਾ ਕਿ ਸਾਡੀ ਖੁਸ਼ਕਿਸਮਤੀ ਹੈ, ਸਾਡੀ ਸਰਕਾਰ ਦੀ ਖੁਸ਼ਕਿਸਮਤੀ ਹੈ ਕਿ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ, ਗੁਰੂ ਤੇਗ ਬਹਾਦਰ ਸਾਹਿਬ ਦਾ 400ਵਾਂ ਪ੍ਰਕਾਸ਼ ਪੁਰਬ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦਾ ਮੌਕਾ ਸਾਡੀ ਸਰਕਾਰ ਨੂੰ ਮਿਲਿਆ ਹੈ। ਸੋ ਨਰਿੰਦਰ ਮੋਦੀ ਨੇ ਕਿਹਾ ਕਿ 9ਵੇਂ ਗੁਰੂ ਸਾਹਿਬ ਨੇ ਦੇਸ਼ ਦੀ ਸੇਵਾ ਕੀਤੀ ਹੈ, ਪਰ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਗਿਆ ਕਿ 9ਵੇਂ ਗੁਰੂ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂ ਧਰਮ ਨੂੰ ਬਚਾਉਣ ਦੀ ਖਾਤਰ ਆਪਣੀ ਕੁਰਬਾਨੀ ਦਿੱਤੀ ਹੈ, ਆਪਣਾ ਬਲੀਦਾਨ ਦਿੱਤਾ ਹੈ। ਦਾ ਜ਼ਿਕਰ ਸ਼ਾਇਦ ਨਰਿੰਦਰ ਮੋਦੀ ਨੇ ਨਹੀਂ ਕੀਤਾ ਹੈ ਤੇ ਜਿਹੜਾ ਦੇਸ਼ ਦੀ ਸੇਵਾ ਜਿਹੜਾ ਸ਼ਬਦ ਵਰਤਿਆ ਜਾਂਦਾ ਹੈ ਗੁਰੂ ਸਾਹਿਬਾਨਾਂ ਦੇ ਲਈ, ਇਹਦੇ ਨਾਲ ਸਿੱਖਾਂ ਦਾ ਜਿਹੜਾ ਇੱਕ ਰੂਹਾਨੀ ਔਰਾ ਹੈ ਉਹ ਇਸ ਦੇ ਨਾਲ ਤਾਲਮੇਲ ਨਹੀਂ ਰੱਖਦਾ, ਕਿਉਂਕਿ ਗੁਰੂ ਸਾਹਿਬ ਦੀ ਜੋ ਫਿਲਾਸਫੀ ਹੈ, ਸਿੱਖ ਧਰਮ ਕਹਿੰਦਾ ਹੈ ਕਿ ਗੁਰੂ ਸਾਹਿਬ ਦੀ ਜੋ ਫਿਲਾਸਫੀ ਹੈ ਉਹ ਪੂਰੀ ਮਾਨਵਤਾ ਦੇ ਲਈ ਹੈ, ਉਹ ਕਿਸੇ ਵੀ ਦੇਸ਼ ਕਿਸੇ ਵੀ ਸੂਬੇ ਦੀਆਂ ਹੱਦਾਂ ਤੱਕ ਸੀਮਿਤ ਨਹੀਂ ਹੈ ਤੇ ਮੰਨਦੇ ਨੇ ਕਿ ਗੁਰੂ ਸਾਹਿਬ ਨੇ ਮਨੁੱਖਤਾ ਨੂੰ ਬਚਾਉਣ ਦੇ ਲਈ ਕੁਰਬਾਨੀ ਦਿੱਤੀ, ਮਾਨਵਤਾ ਦੇ ਲਈ ਆਪਣਾ ਬਲੀਦਾਨ ਦਿੱਤਾ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਜਿਹੜੀ ਬੈਠਕ ਹੋਈ ਹੈ ਇਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਤੇ ਕਮੇਟੀ ਦੇ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ। ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪ੍ਰਕਾਸ਼ ਪੁਰਬ ਮਨਾਉਣ ਲਈ ਵੱਖ-ਵੱਖ ਪ੍ਰੋਜੈਕਟਾਂ ਦੇ ਲਈ ਜਿਹੜਾ ਸੂਬਾ ਸਰਕਾਰ ਨੇ ਕੇਂਦਰ ਨੂੰ 937 ਕਰੋੜ ਰੁਪਏ ਦੀ ਗ੍ਰਾਂਟ ਦੀ ਅਪੀਲ ਕੀਤੀ ਹੈ ਉਸ ਨੂੰ ਕੇਂਦਰ ਸਰਕਾਰ ਤੁਰੰਤ ਪਾਸ ਕਰ ਦੇਵੇ। ਇਸ ਦੇ ਵਿੱਚ ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਵਜੋਂ ਵਿਕਸਿਤ ਕਰਨ ਦਾ ਪ੍ਰੋਜੈਕਟ ਵੀ ਸ਼ਾਮਿਲ ਹੈ। ਸੋ ਹੁਣ ਕੇਂਦਰ ਸਰਕਾਰ 937 ਕਰੋੜ ਦੀ ਗ੍ਰਾਂਟ ਨੂੰ ਕਦੋਂ ਪ੍ਰਵਾਨ ਕਰੇਗਾ ਇਹ ਦੇਖਣਾ ਅਹਿਮ ਹੋਵੇਗਾ। ਸੋ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਤੇ ਮੰਗ ਉੱਠੀ ਹੈ ਅੰਮ੍ਰਿਤਸਰ ਤੋਂ ਵੈਨਕੂਵਰ ਤੇ ਟੋਰਾਂਟੋ ਦੇ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ। ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਅਪ੍ਰੈਲ ਤੋਂ ਜਿਹੜਾ ਪੰਜਾਬ ਦੇ ਵਿੱਚ ਸਾਰੀਆਂ ਸਰਕਾਰੀ ਬੱਸਾਂ ਦੇ ਵਿੱਚ ਸਾਰੀਆਂ ਔਰਤਾਂ ਦੇ ਲਈ ਫ੍ਰੀ ਸਫ਼ਰ ਦਾ ਐਲਾਨ ਕੀਤਾ। ਉਸ ਤੋਂ ਬਾਅਦ ਪ੍ਰਾਈਵੇਟ ਬੱਸਾਂ ਵਾਲੇ ਹੁਣ ਰੋ ਰਹੇ ਨੇ ਕਿਉਂਕਿ ਉਹਨਾਂ ਦੀਆਂ ਬੱਸਾਂ ਦੇ ਵਿੱਚ ਔਰਤ ਸਵਾਰੀਆਂ ਨਹੀਂ ਚੜ੍ਹਦੀਆਂ। ਇਸ ਫੈਸਲੇ ਦੇ ਨਾਲ ਨਜਿੱਠਣ ਦੇ ਲਈ ਬਠਿੰਡਾ ਤੋਂ ਇੱਕ ਨਿੱਜੀ ਬੱਸ ਕੰਪਨੀ ਨੇ ਨਵਾਂ ਐਲਾਨ ਕਰ ਦਿੱਤਾ ਹੈ। ਇਹਨਾਂ ਨੇ ਕਿਹਾ ਕਿ ਜੇ ਉਹਨਾਂ ਦੀ ਬੱਸ ਦੇ ਵਿੱਚ 3 ਸਵਾਰੀਆਂ ਇੱਕ ਪਰਿਵਾਰ ਦੀਆਂ ਚੜ੍ਹਦੀਆਂ ਨੇ ਤਾਂ ਜਿਹੜੀ ਤੀਜੀ ਸਵਾਰੀ ਹੈ ਉਸ ਨੂੰ ਉਹ ਫ੍ਰੀ ਸਫ਼ਰ ਕਰਾਉਣਗੇ, ਯਾਨੀ ਕਿ 2 ਸਵਾਰੀਆਂ ਦੀ ਟਿਕਟ ਲੱਗੇਗੀ, ਤੀਜੀ ਸਵਾਰੀ ਫ੍ਰੀ ਹੋਏਗੀ। ਜਿਵੇਂ ਆਪਾਂ ਕੱਪੜਿਆਂ ਵਾਲੀਆਂ ਦੁਕਾਨਾਂ ਤੇ ਦੇਖਦੇ ਹਾਂ ਕਿ ਜੇ 3 ਕੱਪੜੇ ਖਰੀਦੋਗੇ ਤਾਂ 1 ਕੱਪੜਾ ਫ੍ਰੀ ਮਿਲੂਗਾ, ਉਸੇ ਤਰੀਕੇ ਨਾਲ ਜੇ 3 ਸਵਾਰੀਆਂ ਹੋਣਗੀਆਂ ਇੱਕ ਪਰਿਵਾਰ ਦੀਆਂ ਤਾਂ 1 ਸਵਾਰੀ ਹੈ ਜਿਹੜੀ ਉਹਦਾ ਕਿਰਾਇਆ ਨਹੀਂ ਲੱਗੂਗਾ। ਸੋ ਇਸ ਨਿੱਜੀ ਬੱਸ ਕੰਪਨੀ ਦੇ ਇੰਚਾਰਜ ਦਾ ਕਹਿਣਾ ਹੈ ਕਿ ਜੇ ਫਿਰ ਵੀ ਇਹਨਾਂ ਦੀਆਂ ਬੱਸਾਂ ਦੇ ਵਿੱਚ ਸਵਾਰੀਆਂ ਨਹੀਂ ਚੜ੍ਹਦੀਆਂ ਇਸ ਆਫਰ ਤੋਂ ਬਾਅਦ ਵੀ ਤਾਂ ਇੱਕ ਹੋਰ ਨਵੀਂ ਆਫਰ ਦੇ ਸਕਦੇ ਨੇ ਕਿ 1 ਸਵਾਰੀ ਦੇ ਨਾਲ 1 ਫ੍ਰੀ ਹੋਵੇਗੀ। ਜੇ 2 ਸਵਾਰੀਆਂ ਇੱਕ ਪਰਿਵਾਰ ਦੀਆਂ ਹੋਣਗੀਆਂ ਤਾਂ ਇੱਕ ਸਵਾਰੀ ਦੀ ਟਿਕਟ ਹੈ ਜਿਹੜੀ ਉਹ ਨਹੀਂ ਲੱਗੇਗੀ। ਉਹ ਕਹਿੰਦੇ ਕਿ ਸਾਡਾ ਖਰਚਾ ਉਨਾ ਹੀ ਹੋ ਰਿਹਾ ਹੈ, ਰੂਟਾਂ ਤੇ ਬੱਸਾਂ ਉਵੇਂ ਹੀ ਚੱਲ ਰਹੀਆਂ ਨੇ, ਗੇੜੇ ਉਨੇ ਹੀ ਲੱਗ ਰਹੇ ਨੇ ਪਰ ਸਵਾਰੀਆਂ ਨਹੀਂ ਬੈਠ ਰਹੀਆਂ, ਇਸ ਕਰਕੇ ਮਜਬੂਰੀ ਦੇ ਵਿੱਚ ਸਾਨੂੰ ਅਜਿਹਾ ਫੈਸਲਾ ਲੈਣਾ ਪੈ ਰਿਹਾ ਹੈ। ਇੱਕ ਹੋਰ ਬੱਸ ਕੰਪਨੀ ਦੇ ਮੈਨੇਜਰ ਬਲਵੀਰ ਸਿੰਘ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਰਾਹਤ ਦੇਣੀ ਹੀ ਹੈ ਤਾਂ ਨੌਕਰੀਆਂ ਤੇ ਰੁਜ਼ਗਾਰ ਦਾ ਪ੍ਰਬੰਧ ਕਰੇ, ਇਹੋ ਜਿਹੇ ਐਲਾਨ ਨਾ ਕਰੇ। ਤੇ ਜੇ ਪੰਜਾਬ ਦੇ ਵਿੱਚ ਆਪਾਂ ਦੇਖ ਲਈਏ ਤਾਂ ਜ਼ਿਆਦਾਤਰ ਜਿਹੜੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨੇ, ਨੌਜਵਾਨ ਕੁੜੀਆਂ ਨੇ ਜਾਂ ਫਿਰ ਇਸ ਗੱਲ ਨੂੰ ਸਮਝਦੀਆਂ ਨੇ, ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਹਨ ਕਿਉਂਕਿ ਜਦੋਂ ਹੁਣ ਤੁਸੀਂ ਬੱਸ ਦੇ ਵਿੱਚ ਸਫ਼ਰ ਕਰਦੇ ਹੋ, ਜਿਹਨੇ ਵੀ ਹੁਣ ਤੱਕ ਮੁਫਤ ਸਫ਼ਰ ਕੀਤਾ ਹੈ ਉਹ ਜ਼ਰੂਰ ਇਹ ਮਹਿਸੂਸ ਕਰਦਾ ਹੋਵੇਗਾ ਜਿਵੇਂ ਕੈਪਟਨ ਸਰਕਾਰ ਨੇ ਇੱਕ ਚੋਗਾ ਸੁੱਟ ਦਿੱਤਾ ਹੁੰਦਾ ਹੈ ਕਿ ਬਸ ਇਸ ਤੇ ਤੁਸੀਂ ਲੱਗ ਜਾਓ। ਲੋਕਾਂ ਨੂੰ ਰੁਜ਼ਗਾਰ ਨਹੀਂ ਦੇਣਾ, ਨੌਕਰੀ ਨਹੀਂ ਦੇਣੀ, ਇੱਕ ਕਿਰਾਇਆ ਜਿਹੜਾ ਹੈਗਾ ਉਹ ਤੁਸੀਂ ਫ੍ਰੀ ਕਰ ਦਿੱਤਾ, ਉਹਦੇ ਨਾਲ ਹੀ ਤੁਸੀਂ ਉਹਨਾਂ ਨੂੰ ਵਰਿਆ ਦਿਓ ਲੋਕਾਂ ਨੂੰ ਵੀ ਹਾਂ ਤੁਹਾਡੇ ਲਈ ਬਹੁਤ ਕੁਝ ਕਰਤਾ। ਤਾਂ ਇਹ ਫ੍ਰੀ ਦੇ ਵਿੱਚ ਸਫ਼ਰ ਕਰਨਾ, ਕੋਈ ਵੀ ਚੀਜ਼ ਫ੍ਰੀ ਦੇ ਵਿੱਚ ਜੋ ਤੁਸੀਂ ਲੈਂਦੇ ਹੋ ਤਾਂ ਉਸ ਦੇ ਨਾਲ ਉਹ ਕੌਨਫੀਡੈਂਸ ਇਨਸਾਨ ਦੇ ਅੰਦਰ ਨਹੀਂ ਆਉਂਦਾ, ਜਾਂ ਆਪਾਂ ਕਹਿ ਸਕਦੇ ਇੱਕ ਮਾਨਸਿਕਤਾ ਇਹੋ ਜਿਹੀ ਬਣ ਜਾਂਦੀ ਹੈ ਕਿ ਤੁਸੀਂ ਫ੍ਰੀ ਦੀਆਂ ਚੀਜ਼ਾਂ ਲੈਣ ਦੇ ਆਦੀ ਬਣ ਜਾਂਦੇ ਹੋ ਤੇ ਹਰ ਚੀਜ਼ ਦੇ ਵਿੱਚ ਫਿਰ ਤੁਸੀਂ ਆਸ ਕਰਦੇ ਹੋ ਕਿ ਸਾਨੂੰ ਇਹ ਵੀ ਫ੍ਰੀ ਮਿਲ ਜਾਵੇ, ਉਹ ਵੀ ਫ੍ਰੀ ਮਿਲ ਜਾਵੇ। ਅਣਖਿੱਜ਼ਤ ਵਾਲੀ ਕੋਈ ਗੱਲ ਸ਼ਾਇਦ ਨਹੀਂ ਰਹਿੰਦੀ, ਇਹ ਮਹਿਸੂਸ ਕਰਦੀਆਂ ਨੇ ਬਹੁਤ ਸਾਰੀਆਂ ਕੁੜੀਆਂ। ਪੰਜਾਬ ਦੇ ਵਿੱਚ ਵਜ਼ੀਫਿਆਂ ਦਾ ਇੰਤਜ਼ਾਰ ਕਰਨ ਵਾਲੇ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਕੇਂਦਰ ਸਰਕਾਰ ਦੇ ਵੱਲੋਂ ਇੱਕ ਨਵਾਂ ਤੋਹਫਾ ਦਿੱਤਾ ਗਿਆ ਹੈ। ਕਈ ਮਹੀਨੇ ਹੋ ਗਏ ਉਹਨਾਂ ਨੂੰ, ਕਈਆਂ ਨੂੰ ਤਾਂ ਸਾਲ ਹੀ ਹੋ ਗਏ ਵਜ਼ੀਫਿਆਂ ਦਾ ਇੰਤਜ਼ਾਰ ਕਰਦਿਆਂ ਨੂੰ, ਪਰ ਹੁਣ ਕਹਿੰਦੇ ਸਕਾਲਰਸ਼ਿਪ ਦੇ ਵਿੱਚ ਦੇਰੀ ਨਹੀਂ ਹੋਵੇਗੀ। ਵਿਦਿਆਰਥੀਆਂ ਦੀ ਸਹੂਲਤ ਲਈ ਕੇਂਦਰ ਸਰਕਾਰ ਨੇ ਇੱਕ ਨਵੀਂ ਪ੍ਰਣਾਲੀ ਨੂੰ ਮਨਜ਼ੂਰੀ ਦਿੱਤੀ ਹੈ। ਇਸ ਤਹਿਤ ਅਪਲਾਈ ਕਰਨ ਤੋਂ ਬਾਅਦ
निर्धारित समय के अंदर सीधे तौर पर विद्यार्थियों के खाते में ही केंद्र ते सूबा अपने अपने हिस्से ने जिहड़े ओह पा देणगे। नवीं प्रणाली नूं सूबिਆਂ नूं अपना पहला हिस्सा नवीं प्रणाली के तहत सूबिਆਂ नूं अपना पहला हिस्सा देण दी हदायत भी जारी कर दित्ती गई है। बुलेटिन दे विच कुछ खास खबरां पूरे भारत दीआं। सब तो पहला छत्तीसगढ़ दे विच नक्सली हमला होया, उस दे विच एक जवान जिहड़ा लापता होया, जिहड़ा कि माओवादियों के कब्जे दे विच है, उस नूं लैके जुड़ी खबर है। माओवादियों दे नाल होई मुठभेड़ तो बाद लापता सीआरपीएफ के राकेश्वर सिंह मनहास की रिहाई नहीं हो सकी है। रिहाई दे लई बुधवार नूं बीजापुर के जंगलों के विच पहुंची समाजिक कारकुन जां कह लईए कि समाज सेवी अते जेल बंदी रिहाई कमेटी की प्रधान सोनी सोरी नूं माओवादियों ने खाली हथ वापस भेज दिता है। माओवादियों ने कहा है कि वह कथित रूप विच उन्हां दे कब्जे विच लए गए सीआरपीएफ के राकेश्वर सिंह मनहास नूं सरकार वल्लों नियुक्त विचोले नूं ही सौंपणगे। सरकार वल्लों हाले तक किसी भी विचोले नूं नियुक्त करन दी कोई भी जानकारी नहीं दी गई है, ना ही सरकार ने अजिहा कोई ऐलान किया। लगता है सरकार नूं राकेश्वर सिंह मनहास की फिक्र नहीं है। उसके घर वाले ने जिहड़े उसके परिवार वाले हैगे ने वो पल पल शायद मसां कढ़ रहे होणगे कि उन्हां दा पुत्र, उन्हां दा पति, उन्हां दा जिहड़ा जवान है वो वापस घर आ जावे, पर सरकार ने कोई भी बयान जिहड़ा नहीं दिता है। सोनी सोरी ने यह भी दस्सिया कि मुठभेड़ तो पहला डीआरजी के जवान ने जिहड़े ओह पिंड दे एक आदिवासी सुक्का माड़वी नूं अपने नाल चुक के लै गए सी ते सुक्का माड़वी भी हाले तक लापता है। एक वड्डी खबर निकल के सामने आ रही है। पिंड वालियां ने सोनी सोरी नूं दस्सिया कि डीआरजी के जवानां ने कई घरां दे विच तोड़ फोड़ कीती ते कई घंटिਆਂ तक जिहड़ा हैगा मार कुटाई भी सुक्का माड़वी दे नाल कीती गई। पश्चिमी बंगाल की मुख्यमंत्री ममता बनर्जी ने एक रैली दे विच केंद्रीय सुरक्षा दस्तिਆਂ ते इल्जाम लाए ने कि वो लोकां नूं बीजेपी नूं वोटां देण दे लई कह रहे ने, जिस तो बाद मुख्यमंत्री ने सीआरपीएफ के जवानां दे घिराओ दा सद्दा दिता है। टाइम्स ऑफ इंडिया की खबर के मुताबिक ममता ने लोगों को कहा कि वो बीजेपी की सीआरपीएफ का घिराव करन, क्योंकि लोगों की सीआरपीएफ नहीं हैगी, यह बीजेपी की है। उन्होंने कहा कि अद्धे लोग घेरा पाउण ते अद्धे जाके वोटां पाउण ताकि सीआरपीएफ के जवान बीजेपी नूं वोटां पाउण दे लई लोकां नूं दबाव ना पा सकण। उन्होंने कहा कि जे सारे लोग घेरा पा के खड़ जाणगे तां उन्हां दी वोट खराब चली जाएगी ते यही बीजेपी चाहुंदी है। इस करके अद्धे लोग उन्हां नूं घेरा पाउण, अद्धे लोग वोटां पाउण। सो इस बयान तो बाद तुसी सोच समझ सकते हो कि पश्चिमी बंगाल दे विच हालात किहो जिहे बने हुए ने। वोटिंग 8 गेड़ां दे विच होनी है, हाले 3 गेड़ मुक्के ने ते जे इहो जिहे हालात ने सीआरपीएफ के जवान ही लोकां नूं घेर घेर के बीजेपी नूं वोटां पाउण दे लई सचमुच कह रहे ने तां इस तों बदतर हालात की हो सकदे ने इस लोकतंत्र दे। आरबीआई ने सूबिਆਂ ਦੇ ਲਈ अंतरिम WMA सीमा ਨੂੰ ਸਤੰਬਰ 2021 तक ਵਧਾ ਦਿੱਤਾ ਹੈ ਤਾਂ ਕਿ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਤੋਂ ਪੈਦਾ ਹੋਏ ਵਿੱਤੀ ਤਣਾਅ ਦੇ ਨਾਲ ਸੂਬੇ ਚੰਗੀ ਤਰ੍ਹਾਂ ਦੇ ਨਾਲ ਨਜਿੱਠ ਸਕਣ, ਉਹਨਾਂ ਨੂੰ ਮਦਦ ਮਿਲ ਸਕੇ। ਨਾਬਾਰਡ ਨੂੰ 25000 ਕਰੋੜ, NHB ਨੂੰ 10000 ਕਰੋੜ ਤੇ ਸਿਡਬੀ ਨੂੰ 15000 ਕਰੋੜ रुपए देने का फैसला किया गया है। यह सूबिਆਂ ਨੂੰ थोड़े समय लिए दिता गया उधार है ताकि आमदन ते खर्च के अंतर ਨੂੰ गैप ਨੂੰ पूरा किया जा सके। अज 8 अप्रैल है अते दिन है जिहड़ा वो वीरवार है। अज का दिन इतिहास दे विच दर्ज है कि अज दे दिन मंगल पांडे नूं फांसी दित्ती गई सी अते शहीद ए आजम शहीद भगत सिंह अते बटुकेश्वर दत्त ने सेंट्रल असैंबली हॉल दे विच बंब सुट्टिया सी। मंगल पांडे जो कि 1857 ਦੇ ਵਿੱਚ ਆਜ਼ਾਦੀ ਲਈ ਪਹਿਲੀ ਚੰਗਿਆੜੀ ਸੁਲਗਾਉਣ ਵਾਲੇ ਸਨ, ਉਹਨਾਂ ਨੂੰ 8 ਅਪ੍ਰੈਲ ਨੂੰ ਫਾਂਸੀ ਦਿੱਤੀ ਗਈ ਸੀ। ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਵਰਗੇ ਆਜ਼ਾਦੀ ਦੇ ਪਰਵਾਨਿਆਂ ਨੇ 8 ਅਪ੍ਰੈਲ 1929 ਨੂੰ ਦਿੱਲੀ ਦੀ ਸੈਂਟਰਲ ਅਸੈਂਬਲੀ ਹਾਲ ਦੇ ਵਿੱਚ ਬੰਬ ਸੁੱਟਿਆ ਸੀ ਤੇ ਇਸ ਧਮਾਕੇ ਦਾ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ, ਸਗੋਂ ਭਾਰਤ ਦੇ ਆਜ਼ਾਦੀ ਸੰਘਰਸ਼ ਵੱਲ ਦੁਨੀਆ ਦਾ ਧਿਆਨ ਕੇਂਦਰਿਤ ਕਰਵਾਉਣਾ ਸੀ। ਤੇ ਬੰਬ ਸੁੱਟਣ ਤੋਂ ਬਾਅਦ ਸ਼ਹੀਦ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ खुद ही अपनी गिरफ्तारी दिती सी अते वो खुद ही नारे लाउंदे हुए पुलिस दे कोल चले गए सी, हथकड़ियां लवा के जेल दे विच चले गए सी। महाराष्ट्र की सरकार ने दावा किया है कि महाराष्ट्र की सरकार नूं शिवसेना की सरकार नूं डेगण दे लई गंदी राजनीति की जा रही है। शिवसेना के संसद मैंबर संजय राउत ने दावा किया है कि महाराष्ट्र दे विच महाविकास अगाड़ी सरकार नूं अस्थिर करन दे लई गंदी सियासत की जा रही है ते पर अजिहियां साजिशां नूं असीं सफल नहीं होण देवांगे। मुअत्तल किए गए पुलिस कर्मचारी सचिन वजे ने एक चिट्ठी विच दावा किया कि सूबे के साबका गृह मंत्री अनिल देशमुख ने मुंबई पुलिस नूं अपनियां सेवावां जारी रखण दे लई 2-2 करोड़ रुपए फिरौती देण दे लई कहा सी
ਤੇ ਇੱਕ ਹੋਰ ਮੰਤਰੀ ਅਨਿਲ ਪਰਬ ਨੇ ਉਸ ਨੂੰ ਠੇਕੇਦਾਰਾਂ ਤੋਂ ਪੈਸੇ ਇਕੱਠੇ ਕਰਨ ਲਈ ਕਿਹਾ ਸੀ। ਇਸੇ ਦਰਮਿਆਨ ਇਹ ਵੀ ਖਬਰ ਮਿਲ ਰਹੀ ਹੈ ਕਿ ਮਹਾਰਾਸ਼ਟਰ ਦੇ ਸਾਬਕਾ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਦੇ ਖਿਲਾਫ ਸੀਬੀਆਈ ਦੀ ਜਾਂਚ ਜਾਰੀ ਰਹੇਗੀ। ਸੁਪਰੀਮ ਕੋਰਟ ਨੇ ਅਪੀਲ ਨੂੰ ਖਾਰਜ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਉਹਨਾਂ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਬੰਬੇ ਹਾਈ ਕੋਰਟ ਨੇ ਅਨਿਲ ਦੇਸ਼ਮੁਖ ਦੇ ਖਿਲਾਫ ਸੀਬੀਆਈ ਜਾਂਚ ਦੇ ਹੁਕਮ ਦਿੱਤੇ ਸੀ, ਜਿਸ ਨੂੰ ਚੁਣੌਤੀ ਦਿੰਦੇ ਹੋਏ ਅਨਿਲ ਦੇਸ਼ਮੁਖ ਤੇ ਮਹਾਰਾਸ਼ਟਰ ਸਰਕਾਰ ਦੋਵਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ। ਐਮਰਜੈਂਸੀ ਬੁਲੇਟਿਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।